KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:31 ਹੋਏ ਨੇ। 16 ਜੁਲਾਈ ਦਾ ਦਿਨ ਹੈ, ਬਰਾ 2021 ਦਾ ਸ਼ੁੱਕਰਵਾਰ ਹੈ। ਸੌਣ ਹੋ ਗਿਆ ਇੱਕ, ਸੰਗਰਾਂਦ ਹੈ ਤੇ ਨਾਨਕਸ਼ਾਹੀ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲੇ ਤੇ ਗੱਲਬਾਤ, ਖਬਰਾਂ ਨਾਲ ਅੱਜ ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦੀ ਗੱਲ ਕਰਨੀ। ਇਹ ਸ਼ਬਦ ਜਿਹੜੇ ਖੁੱਸ ਰਹੇ ਨੇ ਸਾਡੇ ਤੋਂ, ਉਹ ਕੀ ਨੇ? ਕੁਝ ਸ਼ਬਦ ਦੀਆਂ ਕਵਿਤਾਵਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਦਾ ਸਿੰਘ ਦੀਆਂ, ਸੁਰਿੰਦਰ ਦਾ ਮਾਜਰੇ ਦੀਆਂ, ਉਹ ਤੁਹਾਨੂੰ ਸੁਣਾਵਾਂਗਾ। ਤੁਸੀਂ ਵੀ ਸ਼ਾਮਲ ਹੋ ਕੇ ਪੁਰਾਣੇ ਸ਼ਬਦ ਯਾਦ ਕਰਨੇ ਜਿਹੜੇ ਆਪਣੇ ਹੁੰਦੇ ਆਪਾਂ ਪਿੰਡਾਂ 'ਚ ਬੋਲਦੇ ਰਹੇ ਤੇ ਇੱਥੇ ਖਤਮ ਹੋ ਗਿਆ, ਭੁੱਲ ਗਏ ਆਪਾਂ। ਜਦੋਂ ਸ਼ਬਦ ਕਦੇ ਬੋਲਦੇ ਆ ਫਿਰ ਉਹ ਗੱਲ ਹੁੰਦੀ ਆ ਵੀ ਯਾਰ ਇਹਦਾ ਕੀ ਮਤਲਬ ਹੈ। ਖੈਰ ਇਲਾਕੇ ਦਾ ਫਰਕ ਤਾਂ ਹੈ ਹੀ ਹੈ, ਪਰ ਜਿਹੜੀ ਆਮ ਬੋਲੀ ਦੇ ਵਿੱਚ ਅਸੀਂ ਭੁੱਲ ਗਏ ਉਹਦਾ ਕੀ ਕਾਰਨ ਹੈ ਤੇ ਉਹਨੂੰ ਕਿਵੇਂ ਠੀਕ ਰੱਖ ਸਕਦੇ ਹਾਂ ਵੀ ਉਹ ਯਾਦ ਰਹਿ ਜੇ ਆਪਣੇ। 144 247 1550 184424715550। ਕਦੇ ਮਹਿਕ ਬਣ ਕੇ ਗੁਲਾਬ ਵਿੱਚ, ਕਦੇ ਕਸ਼ਿਸ਼ ਬਣ ਕੇ ਸ਼ਬਾਬ ਵਿੱਚ, ਉਹ ਜਦੋਂ ਵੀ ਹੋਇਆ ਹੈ ਰੂਬਰੂ, ਬਸ ਹੋਇਆ ਛੁਪ ਕੇ ਨਕਾਬ ਵਿੱਚ। ਉਹਨੇ ਜ਼ਖਮ ਨੇ ਮੇਰੇ ਕਾਲਜੇ, ਉਹਨੇ ਫੁੱਲ ਨੇ ਰੂਹ ਦੀ ਡਾਲ ਤੇ, ਜਿੰਨੇ ਤੀਰ ਤਰਕਸ਼ ਵਿੱਚ ਤੇਰੇ, ਜਿੰਨੇ ਸੁਰ ਨੇ ਤੇਰੀ ਰਬਾਬ ਵਿੱਚ। ਬੱਲੇ ਤੇਰੇ ਇਸ਼ਕ ਦਾ ਇਹ ਪਸਾਰ ਕੀ, ਤੇਰੇ ਫਲਸਫੇ ਦਾ ਆਧਾਰ ਕੀ। ਆਪ ਬੋਟ ਵਿੱਚ ਖੰਭ ਤੋਲਦਾ ਹੈ, ਆਪੇ ਸ਼ਿਸ਼ਤ ਲਾਈ ਅਕਾਬ ਵਿੱਚ। ਆਪੇ ਦਰਦ ਆਪੇ ਇਲਾਜ ਹੈ, ਆਪੇ ਕਹਿਰ ਆਪੇ ਲਿਹਾਜ਼ ਹੈ। ਇਹ ਤੂੰ ਕੈਸਾ ਖਲਕ ਨਵਾਜ਼ ਹੈ, ਤੇਰੀ ਗੱਲ ਨਾ ਆਉਂਦੀ ਹਿਸਾਬ ਵਿੱਚ। ਕੋਈ ਉਗਮਿਆ, ਕੋਈ ਅਸਤਿਆ, ਕੋਈ ਚਮਕਿਆ, ਕੋਈ ਬੁਝ ਗਿਆ। ਕਿਤੇ ਅਗਨ ਬਲਦੀ ਵਿਯੋਗ ਦੀ, ਕਿਤੇ ਲਹਿਰ ਘੁਲਦੀ ਚਨਾਬ ਦੀ। ਕਣ ਕਣ 'ਚ ਤੇਰਾ ਜਮਾਲ ਹੈ, ਮੇਰਾ ਇਸ਼ਕ ਹਾਲੋਂ ਬੇਹਾਲ ਹੈ। ਤੈਨੂੰ ਕਿਸ ਜਗ੍ਹਾ ਨਾ ਮੈਂ ਢੂੰਡਿਆ, ਕਦੇ ਅਗਨ ਵਿੱਚ, ਕਦੇ ਆਬ ਵਿੱਚ। ਜਦ ਤੀਕ ਤੇਰੀ ਨਜ਼ਰ ਨਹੀਂ, ਇਹਨਾਂ ਨੁਸਖਿਆਂ 'ਚ ਅਸਰ ਨਹੀਂ। ਇਹ ਤਾਂ ਦਰਦ ਤੇਰੇ ਵਿਯੋਗ ਦਾ, ਕੀ ਇਲਾਜ ਭਾਲਾਂ ਕਿਤਾਬ ਵਿੱਚ। ਜਦ ਆਈ ਸਮਝ ਅਖੀਰ ਨੂੰ, ਇਸ ਕਮਲੇ ਦਿਲ ਦਲਗੀਰ ਨੂੰ, ਤੇਰਾ ਪਿਆਰ ਮਿਲਿਆ ਰਵਾਬ 'ਚੋਂ, ਤੇਰਾ ਦਰਸ ਹੋਇਆ ਕਿਤਾਬ ਵਿੱਚ। ਸਿਰੇ ਲਾਈ ਜਾਂਦੀ ਕਹਾਣੀ। ਸੁਰਿੰਦਰ ਅੰਮ੍ਰਿਤ ਨੇ ਲਿਖਣ ਵਾਲੀ ਤੈਅ ਤੋੜ। ਸਾਰਿਆਂ ਦਾ ਧੰਨਵਾਦ ਜੀ। ਕਈ ਇਮਾਰਤਾਂ ਜਿਹੜੀਆਂ ਬਦਨਾਮ ਹੋ ਜਾਂਦੀਆਂ। ਬਦਨਾਮ ਦਾ ਮਤਲਬ ਕਹਿੰਦੇ ਨੇ ਕਈ ਇੱਟ ਮਾੜੀ ਤੇ ਭਾਗ ਕਈ ਵਾਰ ਘਰਾਂ ਦੇ ਇਹੋ ਜਿਹੇ ਹੁੰਦੇ। ਮਿਆਮੀ ਬੀਚ ਫਲੋਰੀਡਾ ਦੇ ਵਿੱਚ ਇੱਕ ਮੈਂਸ਼ਨ ਹੈ ਜਿਹੜਾ ਹੁਣ ਹੋਟਲ ਬਣ ਗਿਆ। ਉਹ ਬਹੁਤ ਮਸ਼ਹੂਰ ਇਟਾਲੀਅਨ ਫੈਸ਼ਨ ਡਿਜ਼ਾਈਨਰ ਜਾਨੀ ਵਰਸਾਚੀ ਦਾ ਸੀ, ਜਿਹਦਾ ਜੁਲਾਈ 15 1997 ਦੇ ਵਿੱਚ ਕਤਲ ਹੋਇਆ। ਉੱਥੇ ਉਹਨੂੰ ਹੁਣ ਹੋਟਲ ਬਣਾ ਦਿੱਤਾ। ਉਹਦੇ 'ਚ 2 ਪੈਂਸਿਲਵੇਨੀਆ ਦੇ 30 ਤੇ 31 ਸਾਲ ਦੇ ਬੰਦੇ ਗਏ। ਡਬਲ ਸੁਇਸਾਈਡ ਮਰਡਰ ਲੱਗਦਾ ਹੈ, ਦੋਨੇ ਹੀ ਜਿਹੜੇ ਮਾਰੇ ਗਏ। ਜਾਨੀ ਵਰਸਾਚੀ ਦਾ ਬੜਾ ਨਾਂ ਹੈ। ਵਰਸਾਚੀ ਦੇ ਕੱਪੜਿਆਂ ਦਾ ਆਪਣੇ ਭਾਈਚਾਰੇ ਦੇ ਵਿੱਚ ਬੜਾ ਖਲਾ ਹੈ ਬਈ। ਬੱਲਾ ਬੱਲਾ ਵਰਸਾਚੀ ਨਾਂ ਇਹੋ ਜਿਹੇ ਆਉਂਦੇ ਆ। ਮੇਰੇ ਵਰਗਾ ਮਸਾ ਲੈਂਦਾ ਤੇ ਟੈਗ ਵੀ ਨਹੀਂ ਕੱਟਦਾ, ਫਿਰ ਸੂਟ ਦੇ ਕੋਟ ਦੇ ਉੱਕਣੇ ਲੱਗਿਆ ਰਹਿੰਦਾ ਵੀ ਪੜ੍ਹ ਲਓ। ਵਰਸਾਚੀ ਆਪ ਜੇ ਘਰ ਦੇ ਵਿੱਚ ਪੈਦਾ ਹੋਇਆ ਮਿਲਾਨ ਦੇ ਵਿੱਚ, ਤੇ ਅਸਲ ਮਿਲਾਨ ਦੇ ਵਿੱਚ ਮੂਵ ਹੋਇਆ। ਜਨਮ 46 ਦੇ ਵਿੱਚ, ਇਟਲੀ ਦਾ ਉਸਦਾ ਹੋਰ ਏਰੀਏ ਦੇ ਵਿੱਚ ਹੈ। ਤੇ ਮਾਂ ਉਸਦੀ ਡਰੈਸ ਮੇਕਰ ਸੀ। ਮਾਂ ਨੂੰ ਕੱਪੜੇ ਸਿਉਂਦਾ ਦੇਖਦਾ ਉਹ ਛੋਟੇ। ਉਹਦਾ ਆਪਣਾ ਬੁਟੀਕ ਸੀ। ਸਕੂਲ ਤੋਂ 12ਵੀਂ ਕੀਤੀ ਤੇ 10ਵੀਂ ਤਾਂ ਫਿਰ ਮਿਲਾਨ 'ਚ 1972 'ਚ ਆ ਗਿਆ। ਤੇ ਫਿਰ ਬਹੁਤ ਮਸ਼ਹੂਰ ਕੱਪੜੇ ਵਾਲੀਆਂ ਇਟਲੀ ਫੈਸ਼ਨ ਡਿਜ਼ਾਈਨਿੰਗ ਹੀ ਹੈ। ਇਟਲੀ ਦੇ ਵਿੱਚ ਤੁਸੀਂ ਜਾਓ, ਪੈਰਿਸ ਦੇ ਵਿੱਚ ਜਾਂ ਕਿਤੇ ਮਿਲਾਨ ਜਾਓ ਤੇ ਉੱਥੋਂ ਕੁਛ ਖਰੀਦੋ ਤੁਸੀਂ
उत्थे दे कपड़े, उत्थे दे गहने ते उत्थे दी सुगंध है जिहड़ी बहुत कहर है। तुहाडा अपने तुहाडे लई अपनी जिहड़ी तुहाडी पसंदी दी भी की तुहानूं फ्लेवर किहड़ा अरोमा वधिया लगदा, की स्पाइस वधिया लगदे ने, डिजाइन करदे आ फिर तुहाडे लई ओ शीशी एक छोटी जी सुगंध दी जिहड़ी जे तां कल्ले ही फुੱਲ ने फिर इतर है, फुੱਲ नहीं फुੱਲਾਂ ਦੇ ਨਾਲ जे स्पाइस भी ने, जे मतलब बिल्कुल ऑर्गेनिक है, इतर भी है ते उस नूं परफ्यूम जां मर्दां लई जिहड़ी ब्यूटी टॉयलेट है ओह ते बहुत अलग किस्म का वो शहर है ते बहुत कुछ है उत्थे। एनीवेज बहुत कंपनियां लई काम कीता, फिर उन्हें जानी वर्साची 1978 च खोली ते फिर उसदा भाई जिहड़ा CEO ते उसदी भैन डिजाइनर ते वाइस प्रेजिडेंट ते बस वो दिन ते 97 का दिन फिर अमरीका च मूव हो गया ते बिजनेस बहुत एक्सपेंड कर दिता। वर्साची हो गई। सवेरे तुरया आउंदा सी मियामी बीच ते दरां ते पौड़ियां ते एंड्रयू फर्नैंडन जिहड़ा अपने कैलिफोर्निया दा सी, उन्हें गोली मार। सीरियल मर्डर सी, किसे सीरियल किलर सी, पहला भी इन्हें बंदे मारे। अच्छा कादे लिए मारे, क्यों नहीं, आप समलिंगी सी ते कतल कीते उन्हें 4-5 जने पहला। हुण एक सीरियल इस ते बन रहा अमेरिकन क्राइम स्टोरी ते ओजे सिम्पसन ते भी जिहड़े सीरियल बन रहे ने, जिहड़ी वैब सीरीज ने। ते एंड्रयू ने इहनूं वर्साची नूं मारन तो बाद फिर आप भी सुइसाइड की, आप गोली आपने आप मार ली। एडा IQ तिखा सी, 147 IQ सी ओहदा, ते मतलब एक्स्ट्रा ऑर्डनरी अलग किस्म का जवाक सी। 1969 दे विच नैशनल सिटी कैलिफोर्निया च जम्मिया वो ते यंगेस्ट ही 4 जवाकां चों ते बहुत शार्प सी उहदी उम्र दे विच। ते इसने बिशप स्कूल जिहड़ा लाचौला दे विच कैलिफोर्निया च प्राइवेट स्कूल ते अमीर लोग बच्चे उत्थे पढ़दे सी। बस उत्थों 10 साल की उम्र दे विच इनसाइक्लोपीडिया मैमोराइज जिहड़ा ओह उसने कर लिया। बहुत तिखा सी। 19 साल की उम्र च उहदे समलिंगी होने का पता लग्या। बस फिर कॉलेज तो निकल गया, एक अमीर बंदे दा दोस्त बन गया। बस उत्थों बस जिंदगी इधर नूं चल। अमीर कोई बंदा सी, ओल्डर सी। फिर दोने पोर्नोग्राफी दे आले पासे नूं चले गए समलिंगी हो के। बस उस तो शुरू हो गया। बस उहदे बाद जद इस तो वो परा होया ते परा होने तो बाद पता नहीं उहदे मन च की होया, फिर कतल करन लग गया। बस ये उहदा आखिरी कतल सी। 4 कतल उन्हें पहला कीते। वर्साची नूं 1997 दे विच उहने मारता। कहण दी गल मेरे की गल याद कित्थों आ गई, उहदी खबर लभ रहा सी भी वर्साची वाले मैंशन दे विच कतल हो गया। वर्साची दे मैंशन तो उहनूं कीता भी ये क्यों मारिया, किहने मारिया, बाल दी खल लाउण वाली गल। मतलब पैसा दुनिया च नौ जिहड़ा बंदे दा वो भी उहदी जान दा खौफ बन गया। दोने मिले भी सी कैलिफोर्निया। वर्साची दी सैक्शुअली ओरीएंटेशन की सी ये गल तय नहीं हो सकी कि वो की सी, पर ਉਹਦਾ कतल क्यों होया ਇਹ बुझारत ਜਿਹੜੀ बनी रही। ਤੇ
इशू मतलब मेरे कहण दा हुण मैं इधर नूं ਇਹਦੇ ਪਿੱਛੇ ਕਹਾਣੀ ਜਿਹੜੀ ਹੈ ਉਹ ਫੈਸ਼ਨ ਡਿਜ਼ਾਈਨਰ ਦੀ ਉਹ ਕੀ ਸੀ ਕਿਤੇ ਇਹ ਵੀ ਨਾ ਹੋਵੇ ਵੀ ਉਹ ਐਂਟੀ ਗੇ ਹੋਵੇ, ਨਫ਼ਰਤ ਕਰਦਾ ਹੋਵੇ। ਬਹੁਤ ਵੱਡਾ ਇੱਕ ਵਰਗ ਹੈ ਜਿਹੜਾ ਅੱਜ ਦੇ ਇਕੱਠ ਦੇ ਵਿੱਚ ਗੱਲ ਨਹੀਂ ਕਰ ਰਿਹਾ ਇਸ ਦੇ ਬਾਰੇ, ਚੁੱਪ ਨੇ, ਕਿਉਂਕਿ ਧਾੜ ਜਿਹੜੀ ਹੈ ਉਸ ਤੋਂ ਡਰਦੇ ਆ ਵੀ ਕਿਤੇ ਮੇਰੇ ਸਾਡੇ ਪਿੱਛੇ ਨਾ ਕੋਈ ਆ ਜਾਵੇ। ਇਹ ਨਹੀਂ ਕਹਾਣੀ ਹੈ। ਮੇਰੀ ਤਾਂ ਗੱਲ ਸੋਚਣੀ ਉਹ ਗਲਤ ਸੀ, ਇਹ ਗੱਲ ਇਹ ਸੋਚਣੀ ਗਲਤ ਹੈ ਕਿ ਬਈ ਕੀ ਕੋਈ ਕਿਸੇ ਨੇ ਕਿਵੇਂ ਜ਼ਿੰਦਗੀ 'ਚ ਰਹਿਣਾ। ਇਹ ਬਹੁਤ ਵੱਡਾ ਇੱਕ ਇਸ਼ੂ ਚੱਲਦਾ ਕਿ ਹਾਂਜੀ ਇਹ ਕੀ ਹੋਣਾ ਚਾਹੀਦਾ ਕੀ ਨਹੀਂ, ਕਿਸੇ ਕਿਹੜੇ ਬੰਦੇ ਕਿਵੇਂ ਜਿਉਣੇ ਚਾਹੀਦੇ ਨੇ, ਆਹ ਜਿਉਣਾ ਕਰਨਾ ਚਾਹੀਦਾ ਜੇ ਕਹਿੰਦੇ ਨੇ। ਇਹ ਸਭ ਗੱਲਾਂ ਕੱਚੀਆਂ। ਜਿਹਦਾ ਜਿੱਥੇ ਰਾਂਝਾ ਰਾਜੀ ਹੈ ਅਗਲਾ ਆਪਣਾ ਰਾਂਝਾ ਰਾਜੀ ਰੱਖੇ। ਦੂਸਰੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਹ ਹੈ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਅਕਾਲ ਤਖ਼ਤ ਸਾਹਿਬ ਦੇ ਆਲੇ ਪਾਸੇ ਜੋੜਾ ਘਰ ਦੀ ਜਿਹੜੀ ਉਸਾਰੀ ਲਈ ਖਦਾਈ ਹੋ ਰਹੀ ਸੀ ਤਾਂ ਵੱਡੀਆਂ 3 ਸੁਰੰਗਾਂ ਜਿਹੜੀਆਂ ਉੱਥੋਂ ਥੱਲੇ ਲੱਭੀਆਂ। ਸਾਰਾ ਸ਼ਹਿਰ ਹੀ ਜਿਹੜਾ ਉਹ ਸੁਰੰਗਾਂ ਦੇ ਨਾਲ ਜੁੜਿਆ ਹੋਇਆ। ਗੁਰੂ ਸਾਹਿਬ ਦੇ ਆਪ ਵਰਸਾਇਆ, ਜਿਹਦੀ ਧਰਤ ਆਪਣੀ ਆ, ਬਣਾਉਣ ਵਾਲਾ ਆਪਣਾ, ਜਿਹੜਾ ਕੋਈ ਮਰਜ਼ੀ ਡਿਜ਼ਾਈਨ ਕਰੇ। ਇਹਦਾ ਧਾੜਵੀ ਲੈ ਕੇ ਟੈਂਕ ਤੇ ਲੈ ਕੇ ਗੱਡੀਆਂ ਉੱਥੇ ਵੜ ਗਏ। ਜੇ ਗੱਲ ਦੀ ਇਹਨਾਂ ਨੂੰ ਹੋਵੇ ਵੀ ਘਰ ਕਿਹਦਾ, ਤੁਸੀਂ ਕਿੱਧਰੋਂ ਆ ਗਏ ਤੇ ਖੱਟਿਆ ਕੀ ਫਿਰ ਡੜਿਆ ਉੱਠਦੀ ਰਹੀ 4 ਮਹੀਨੇ, ਅੱਖਾਂ ਭਾਰੀ ਹੋ ਗਈਆਂ, ਝਿਮਣੀਆਂ ਥੱਲੇ ਨੂੰ ਤੇ ਕਾਲ ਖਾ ਗਈ ਅੱਖਾਂ ਥੱਲੇ, ਸੁੱਤੀ ਨਾ। ਫਿਰ ਸਹੇਲੀਆਂ ਨੂੰ ਫਿਰ ਦੱਸਦੀ ਰਹੀ ਨੀਂਦ ਨਹੀਂ ਆਉਂਦੀ। ਹੁਣ ਸਿੱਖ ਦੇਖਦੇ ਨੇ ਕਿਉਂਕਿ ਕੰਮ ਗਲਤ ਕੀਤਾ ਸੀ। ਕੋਈ ਆ ਕੇ ਕੁਛ ਨਹੀਂ ਕਹਿੰਦਾ ਕਿਸੇ ਨੂੰ। ਜ਼ਮੀਰ ਆ ਜਿਹੜੀ ਉਹ ਬੁਰਾ ਹਾਲ ਕਰ ਦਿੰਦੀ ਹੈ। 2 ਦਰਜਨ ਤੋਂ ਵੱਧ ਜਿਹੜੀਆਂ ਸੁਰੱਖਿਆ ਨੂੰ ਇਹ ਮੁੱਖ ਰੱਖਦੇ ਸੁਰੰਗਾਂ ਜਿਹੜੀਆਂ ਗੁਪਤ ਬਣੀਆਂ ਹੋਈਆਂ ਸੀ। ਹੋ ਸਕਦਾ ਹੈ ਕਿ ਕੋਈ ਸੁਰੰਗਾਂ 84 ਦੇ ਸਮੇਂ ਖੁੱਲੀਆਂ ਵੀ ਹੋਣ, ਕੁਛ ਨਹੀਂ ਪਤਾ। ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਅੰਦਰੂਨੀ ਸ਼ਹਿਰ ਸੀ ਉਹ ਤੇ 1990 ਚ ਵੀ ਸੁਰੰਗ, 2006 ਦੇ ਵਿੱਚ ਵੀ, ਤੇ ਕੀ ਪਤਾ ਪਹਿਲਾਂ ਕਿੱਥੋਂ ਲੱਭੀਆਂ ਹੋਣਗੀਆਂ। 2010-11 ਦੇ ਵਿੱਚ ਲੋਹਗੜ੍ਹ ਗੁਰਦੁਆਰੇ ਦੇ ਨੇੜੇ ਵੀ ਸੀਵਰੇਜ ਪਾਈਪਾਂ ਪਾਉਂਦੇ, ਉੱਥੋਂ ਵੀ ਸੁਰੰਗ ਮਿਲੀ। ਬੰਦ ਕਰਨ ਨੂੰ ਤਾਂ ਫਿਰ ਬਿੰਦ ਲਾਉਂਦੇ, ਆ ਵੀ ਬੰਦ ਹੋ ਜਾਣੀ ਸੀ, ਇਹ ਵੀ ਚੱਕ ਦੇਣਾ ਸੀ ਕੰਮ। ਉਹ ਧਰਤ ਸੁਹਾਵੀ ਹੈ, ਉਥਾਨ ਸੁਹਾਵਾ ਹੈ। ਉਹ ਜਗ੍ਹਾ ਜਿਹੜੀ ਹੈ ਉਹ ਆਮ ਨਹੀਂ ਹੈ। ਕਿੱਡਾ ਖਲਾਰਾ ਪੈਂਦਾ ਆਲੇ ਦੁਆਲੇ, ਕਿੱਡਾ ਰੌਲਾ ਪੈਂਦਾ। ਇੱਕ ਵਾਰ ਪੌੜੀਆਂ ਉਤਰ ਜਾ ਤੇ ਫਿਰ ਦੇਖ ਲਾ ਉੱਥੇ ਕੀ ਵਸਦਾ। ਉੱਥੇ ਰੂਹਾਂ ਜਾਗਦੀਆਂ, ਉੱਥੇ ਕੋਈ ਲੇਰਾ ਮਾਰਦਾ, ਕੋਈ ਹੱਸਦਾ। ਪਤਾ ਨਹੀਂ ਕਿਹੜੀ ਰੂਹ ਨੇ ਜਾਣਾ ਉੱਥੇ, ਕੀ ਉਹਦਾ ਪਿਛੋਕੜ ਹੈ, ਕੋਈ ਨਹੀਂ ਜਾਣਦਾ। ਤੇ ਉਹ ਪੌੜੀਆਂ ਦੇ ਵਿੱਚ ਹੀ ਗਏ ਤੇ ਆਏ ਕਹਿ ਕੇ ਰੂਲ ਜਿਹਾ ਫੜ ਕੇ ਤੇ ਫੋਟੋਆਂ ਬਾਹ ਕੇ ਚੁਬਾਰੇ 'ਚ ਖੜਾ ਕੁਲਦੀਪ ਬਰਾੜ ਕਹਿੰਦਾ ਸੀ ਬਸ ਇੱਥੋਂ ਪੌੜੀਆਂ ਤੋਂ ਇੱਥੋਂ ਗੜਵਾਲ ਵਾਲੇ ਬਣਨਗੇ, ਇੱਥੋਂ ਕਮਾਓ ਵਾਲੇ ਬਣਨਗੇ। ਗਏ ਤੇ ਆਏ, ਪੌੜੀਆਂ 'ਚ ਨਹੀਂ ਉੱਤਰ ਹੋਇਆ। 12 ਘੰਟੇ ਹੋ ਗਏ ਪੌੜੀਆਂ 'ਚ। ਜਦ 6 ਤਰੀਕ ਦੀ ਦੁਆਰਾ ਦਿਨੇ ਚੜ ਗਿਆ, ਜਲੂਸ ਨਿਕਲਿਆ, 11-12 ਟੈਂਕ ਘੱਟੋ ਘੱਟ ਲਿਆ ਕੇ ਫਿਰ ਜਿੱਥੋਂ ਆਪਾਂ ਦੇਗ ਪ੍ਰਸ਼ਾਦ ਲੈਂਦੇ ਉਸ ਜਗ੍ਹਾ ਤੋਂ ਗੋਲਾਬਾਰੀ ਕੀਤੀ ਹੈ। ਦੂਰੋਂ ਨਹੀਂ ਕੀਤੀ। ਦੂਰੋਂ ਜਦ ਕਰਦੇ ਸੀ ਅਕਾਲ ਤਖ਼ਤ ਸਾਹਿਬ ਦੇ ਸੰਨ ਦੇ ਵਿੱਚ ਡਸਟਿੰਗ ਡਿਊਟੀ ਆਉਂਦੀ ਸੀ। ਇਹ ਹੁਣ ਉੱਥੇ ਬਹੁਤ ਨੇ ਇਹੋ ਜਿਹਾ ਕੁਛ। ਕੀ ਪਤਾ ਕਿੰਨਾ ਦੱਬਤਾ, ਇਹ ਵੀ ਨਹੀਂ ਪਤਾ ਨਾ। ਕੀ ਕੁਛ ਕਰ ਦਿੱਤਾ ਇਹ ਵੀ ਨਹੀਂ ਪਤਾ। ਜਦ ਹੁਣ ਦੇ ਜਿਹੜੇ ਪਹਿਰੇਦਾਰ ਨੇ ਉਹ ਨਾਲ ਰਲ ਜਾਣ ਫਿਰ ਕੀ ਕਰਨਾ।
सफाई लई जी, गलियारियां लई जी, ते जे ते वो करदे, उसदी जिहड़ी है ਉਹਦੇ थल्ले ही बर्बादी की बस। ਉਹ ਇਹਦੇ ਤੇ ਹੁਣ ਹੋਰ ਗੱਲ ਨਿਕਲੇਗੀ, ਪਤਾ ਲੱਗੇਗੀ ਕਿ ਕੀ ਉਹਦੇ ਵਿੱਚ ਹੈ, ਤੇ ਇਹਨਾਂ ਸੁਰੰਗਾਂ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਉਹ ਪਤਾ ਲੱਗੇ, ਇਹ ਚਾਹੀਦਾ। ਮੈਂ ਖਬਰ ਵੱਲ ਦੇਖਣ ਲੱਗ ਗਿਆ ਕਿ ਯੂਰਪ ਦੇ ਵਿੱਚ ਹੜ੍ਹਾਂ ਨੇ ਬੈਲਜੀਅਮ, ਜਰਮਨੀ, ਨੈਦਰਲੈਂਡ ਦੇ ਵਿੱਚ 125 ਬੰਦਾ ਮਾਰਤਾ, ਉਜਾੜਾ ਕਰਤਾ। ਤੇ ਵੈਸਟਰਨ ਜਰਮਨੀ ਦੇ ਵਿੱਚ ਪਾਣੀ ਦੀ ਮਾਰ ਇੰਨੀ ਹੈ ਤੇ ਮਤਲਬ ਮਾੜਾ ਹਾਲ ਕਰਤਾ। ਤੇ ਇਸ ਤਰ੍ਹਾਂ ਹੀ ਨੈਦਰਲੈਂਡ ਦੀਆਂ ਫੋਟੋਆਂ ਜਿਹੜੀਆਂ ਆ ਰਹੀਆਂ ਨੇ, ਜਿਹਦੇ ਤੇ ਇੰਨੇ ਭਾਰੀ ਪਾਣੀ ਮਤਲਬ ਦਿਖਦਾ ਹੀ ਕੱਖ ਨਹੀਂ, ਪਾਣੀ ਉਹ ਪਾਣੀ ਦਿਖਦਾ। ਬੈਲਜੀਅਮ ਦੇ ਦੀਆਂ ਫੋਟੋਆਂ ਨੇ, ਬਹੁਤ ਜ਼ਿਆਦਾ। ਮਿਲਟਰੀ ਨੇ ਡਿਜ਼ਾਸਟਰ ਅਲਾਰਮ ਜਿਹੜਾ ਹੈ ਉਹ ਕੀਤਾ। 850 ਦੇ ਕਰੀਬ ਟਰੱਕ ਨੇ ਜਿਹੜੇ ਉਹ ਜਰਮਨੀ ਨੇ ਡਿਪਿਊਟ ਕੀਤੇ ਨੇ। ਪ੍ਰੋਟੈਸਟ ਹੋ ਰਹੇ ਨੇ। ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਗਈਆਂ ਤੇ ਕਰੰਸੀ ਜਿਹੜੀ ਡਿਵੈਲੂਏਟ ਹੋ ਗਈ ਤੇ ਲੋਕ ਸੜਕਾਂ ਤੇ ਉਤਰੇ। ਹੁਣ ਇਹ ਅਲਾਰਮ ਹੈਗਾ, ਇਹ ਜਦ ਇਹੋ ਜਿਹਾ ਕੁਛ ਸ਼ੁਰੂ ਹੋ ਜਾਵੇ, ਇਸ ਤਰ੍ਹਾਂ ਹੀ ਸ਼ੁਰੂ ਹੋਇਆ ਸੀ ਗਦਾਫੀ ਦੇ ਖਿਲਾਫ, ਤਦ ਵੈਸਟ ਨੇ ਉੱਥੇ ਹਥਿਆਰ ਭੇਜਤੇ। ਅੱਜ ਯਾਦ ਕਰਦੇ ਨੇ, ਉੱਜੜ ਗਏ। ਫਰੀ ਪਾਣੀ, ਫਰੀ ਤੇਲ, ਫਰੀ ਐਜੂਕੇਸ਼ਨ, ਫਰੀ ਮੈਡੀਕਲ ਗਦਾਫੀ ਦੇ ਸਮੇਂ 'ਚ। ਲੋਕ ਅੱਜ ਯਾਦ ਕਰ ਕਰਕੇ ਉਹਨੂੰ ਰੋਂਦੇ। ਕਿਊਬਾ ਦੇ ਵਿੱਚ ਕਿਊਬਾ ਮਿਆਮੀ ਤੋਂ, ਫਲੋਰੀਡਾ ਤੋਂ ਹਵਾਨਾ ਦੀਆਂ ਬੱਤੀਆਂ ਦਿਖਦੀਆਂ ਤੇ ਉਹ ਮਤਲਬ ਔਰ ਬਹੁਤ ਸੁੰਦਰ ਦੇਸ਼ ਹੈ। ਹੁਣ ਗੱਲ ਇਹ ਹੋ ਰਹੀ ਹੈ ਬਈ ਕਦ ਉੱਥੇ ਫਿਰ ਪਾਣੀ ਦੇ ਕੰਢੇ ਜਿਹੜੇ ਨੇ ਉਹ ਹੋਟਲ ਖੁੱਲਣ, ਕਸੀਨੋ ਖੁੱਲਣ, ਬਰੋਥਲ ਖੁੱਲਣ, ਉਸ ਦੀ ਵੇਟ ਹੈ। ਹਲੇ ਆਰਗੈਨਿਕ ਆ ਕਿਊਬਾ। ਕਿਊਬਾ ਦਾ ਜਿਹੜਾ ਇਹ ਸਮਾਂ ਹੁਣ ਚੱਲ ਰਿਹਾ ਉਹ ਮਾੜਾ ਚੱਲ ਰਿਹਾ ਹੈ। ਜ਼ਿਆਦਾਤਰ ਲੋਕ ਬੜਾ ਪਿਆਰ ਕਰਦੇ ਆਪਣੇ ਦੇਸ਼ ਨੂੰ ਤੇ ਪਰ ਹੁਣ ਮੁਸ਼ਕਲ ਇਹ ਹੋ ਰਹੀ ਹੈ ਕਿ ਉਹਦੇ ਵਿੱਚ ਗੜਬੜ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ। ਉਹ ਕਿਸੇ ਪਾਸੇ ਨੂੰ ਜਾਏਗੀ ਰੱਬ ਜਾਣਦਾ, ਪਰ ਕਿਊਬਾ ਜਿਹੜੇ ਜਾ ਕੇ ਆਏ ਨੇ ਉਹਨਾਂ ਨੂੰ ਪਤਾ ਵੀ ਕਿੰਨਾ ਸੋਹਣਾ ਜਿਹੜਾ ਦੇਸ਼ ਹੈ, ਕਿੰਨੇ ਚੰਗੇ ਲੋਕ ਨੇ। ਤੇ ਫਰਕ ਇੱਕੋ ਹੀ ਉੱਥੇ ਦਾ ਕਿ ਉਹ ਗਰੀਬੀ ਹੈ ਉੱਥੇ। ਮੈਂ ਅੱਗੇ ਆਪਾਂ ਬਹੁਤ ਵਾਰ ਗੱਲਾਂ ਸੁਣਾਈਆਂ, ਪਰ ਉਹ ਆਪਣੇ ਨਾਇਕਾਂ ਦਾ ਪਿਆਰ ਕਰਦੇ ਨੇ, ਫਿਦਲ ਕਾਸਟਰੋ ਉਹਨਾਂ ਦਾ, ਤੇ ਉਸ ਤੋਂ ਬਾਅਦ ਚੇ ਗਵੇਰਾ ਦਾ ਤੇ ਕਮੈਲੋ ਦਾ ਬਹੁਤ ਪਿਆਰ ਕਰਦੇ। ਲਿਬਰੇਟ ਉਹਨੂੰ ਕੀਤਾ, ਬੋਲਦੇ ਨਹੀਂ, ਪਰ ਗਰੀਬੀ ਉਹਨਾਂ ਨੂੰ ਦੱਸ ਰਹੀ ਹੈ। ਜਿਹੜੀ ਗਰੀਬੀ ਨਾ ਤੰਗ ਕਰ ਰਹੀ, ਇਹ ਮੁਸ਼ਕਲ ਆ। ਇੱਕ ਵੱਜ ਕੇ 22 ਮਿੰਟ ਹੋ ਗਏ ਤੇ ਪੁਰਾਣੀਆਂ ਜਿਹੜੀਆਂ ਗੱਲਾਂ ਹੈ, ਪੁਰਾਣੇ ਜਿਹੜੇ ਸ਼ਬਦ ਨੇ ਉਹ ਕਿਵੇਂ ਗੁੰਮ ਹੋ ਗਏ ਸਾਡੇ ਤੋਂ, ਥੋੜੇ ਜਿਹੇ ਸੁਣਾਉਂ ਤੁਹਾਨੂੰ, ਫਿਰ ਤੁਸੀਂ ਨਾਲ ਆਪਣੇ ਤੌਰ ਤੇ ਮੈਨੂੰ ਇਹਦੇ ਵਿੱਚ ਆਪਣੇ ਸ਼ਬਦ ਐਡ ਕਰਨੇ ਨੇ, ਤੁਸੀਂ ਜੋੜਨੇ ਨੇ, ਪਿੰਡਾਂ ਦੇ, ਆਪਣੀ ਬੋਲੀ। ਜਿਹੜੇ ਏਰੀਏ ਦੇ ਵਿੱਚ ਖਾਸ ਸ਼ਬਦ ਕੋਈ ਨਹੀਂ ਹੋਣਗੇ ਉਹਨਾਂ ਦੀ ਅੱਜ ਗੱਲ ਕਰਨੀ ਆਪਾਂ।
ਬਿੱਡ, ਪ੍ਰਾਣੀ, ਬੈੜ, ਜੋਤ ਤੇ ਜਾਤੂ ਹੁੰਦੇ ਨੇ। ਬਿੱਡ, ਪ੍ਰਾਣੀ, ਬੈੜ, ਜੋਤ ਤੇ ਜਾਤੂ, ਇਹ ਸਾਰੇ ਆ ਸ਼ਬਦ ਸਾਡੇ ਪਿੰਡਾਂ ਦੇ ਆ, ਕਿਉਂਕਿ ਪਿੰਡ ਦੇ ਬੰਦਿਆਂ ਨੇ ਲਿਖੇ ਹੋਏ ਨੇ। ਕਈ ਫਰਕ ਵੀ ਹੋਊਗਾ। ਕਾਂਗਿਆਰੀ, ਭਖੜਾ, ਖੱਬਲ, ਬਾਥੂ ਹੁੰਦੇ ਨੇ। ਪਿੱਪਲ, ਪਿਲਕਣ, ਟਾਹਲੀ, ਨਿੰਮ, ਬਰੋਟੇ ਹੁੰਦੇ ਨੇ। ਚੁੱਲ੍ਹੇ, ਚੁਰਾ, ਪਰਾਤਾ, ਕੁੰਡੀ, ਸੋਟੇ ਹੁੰਦੇ ਨੇ। ਮਾਮ ਜਿਸਤਿਆਂ ਕੁੱਟ ਕੇ ਡੱਬੀ ਭਰੀ ਮਸਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਡੰਡੀਆਂ ਹੁੰਦੀਆਂ, ਬੱਚਿਆ ਜਾਂ ਫਿਰ ਲੀਹਾਂ ਕਹਿੰਦੇ ਆ, ਹੁੰਦੀਆਂ ਨਹੀਂ ਸਟਰੀਟਾਂ, ਨਿੱਕਿਆ 20 ਕਹਿੰਦੇ ਆ। ਔਸਰ, ਪਹਿਲਣ, ਭੰਡਰ, ਫੰਡਰ ਤੇ ਭਲਿਆਟ ਵੀ ਹੁੰਦੀ ਹੈ। ਕੋਹਾਂ ਕਰਮਾਂ ਦੀ ਮਿਣਤੀ ਵਿੱਚ ਵਾਟ ਵੀ ਹੁੰਦੀ। ਸੇਵਾ ਪੂਰੀ ਕਰੀ ਦੀ ਬਾਹੋਂ ਖਿੱਚ ਬਿਠਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਲੱਦੇ, ਗੱਡੇ, ਦਾਬੂ ਕਦੇ ਅਲਾਰੂ ਹੁੰਦੇ ਨੇ। ਨਹਿਰਾਂ ਵਾਲੇ ਪਿੰਡ 5-7 ਪੱਕੇ ਤਾਰੂ ਹੁੰਦੇ ਨੇ। ਜਿਹਦਾ ਨਹਿਰ ਤੇ ਪਿੰਡ ਹੋਵੇ ਉਹਨੂੰ ਤਰਨਾ ਜ਼ਰੂਰ ਆਉਂਦਾ। ਖੂਹ ਹੁੰਦੇ ਨੇ ਟਿੱਬੇ, ਢੱਕੀ, ਟਾਹਲੀ ਵਾਲੇ ਬਈ। ਔਲੂ, ਕੁੰਡਾ, ਨੱਕੇ, ਚੇਪੇ, ਖੇਲਾ, ਖਾਲੇ ਬਈ। ਭੂੰਗੇ, ਨਾਰੇ, ਮੀਣੇ, ਸਾਵੇ, ਸਿਫਤ ਕੀ ਕਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਪੈਂਟ ਕਾਟ ਜਾਂ ਝੋਲੀ ਵਾਲੇ ਪਜਾਮੇ ਹੁੰਦੇ ਆ। ਪੈਂਟ ਕਾਟ, ਪੈਂਟ ਵਰਗੇ ਪਜਾਮੇ ਤੇ ਇੱਕ ਝੋਲੀ ਵਾਲਾ ਪਜਾਮਾ ਹੁੰਦਾ ਜਿਹੜਾ ਇਕੱਠਾ ਜਿਹਾ ਕਰਕੇ ਬੰਨ੍ਹਦੇ। ਪੱਲੀਆਂ ਉੱਤੇ ਬੈਠੇ ਜੱਟ ਆਵਾਮੇ ਹੁੰਦੇ ਆ। ਕੱਲੇ ਕਿਆਰੇ ਨਹੀਂਓ ਵਿੱਚ ਆੜਾਂ ਵੀ ਹੁੰਦੀਆਂ ਨੇ। ਖਿੱਚਣਾ ਚੱਕਣਾ ਹੁੰਦਾ ਇੱਕ, ਤਾੜਾਂ ਵੀ ਹੁੰਦੀਆਂ ਨੇ। ਇੱਧਰ ਜਾਂ ਫਿਰ ਉਧਰ ਛੱਡਣਾ ਵਿੱਚ ਵਿਚਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਸਵਾਦ ਜੇ ਲੈਣਾ ਸਾਗ ਰੋਟੀ ਤੇ ਧਰ ਕੇ ਖਾਈਦਾ। ਘੋਲੀ ਦਾ ਦੀ ਘੋਟੀ ਦਾ, ਜਿਹੜਾ ਆਲਣ ਪਾਈਦਾ। ਗੰਨਾ ਖਾਣਾ ਨਹੀਂ ਹੁੰਦਾ, ਗੰਨਾ ਚੂਪਣਾ ਹੁੰਦਾ। ਆਲਣ ਜਿਹੜਾ ਪਾਉਂਦੇ ਆ ਸਾਗ 'ਚ ਉਹ ਘੋਟਣਾ ਹੁੰਦਾ, ਘੋਲਣਾ ਨਹੀਂ ਹੁੰਦਾ। ਮੱਕੀ ਦੀ ਨਹੀਂ ਲਹਿੰਦੀ ਰੋਟੀ ਹਾਰੀ ਸਾਰੀ ਤੋਂ, ਕਿੱਥੇ ਚੰਗੀ ਲੱਗਦੀ ਹੈ ਬਿਨਾਂ ਦਾਲ ਕਰਾਰੀ ਤੋਂ। ਰਿੱਝੀ ਤੋਂ ਗੱਲ ਹੁੰਦੀ ਚੁੱਲ੍ਹੇ ਬਾਲਣ ਗਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ। ਮਗਰੀ ਲਾਈ ਦੀ ਬੰਨ ਕੇ ਚੱਕਣੀ ਪੰਡ ਕਹਾਉਂਦੀ ਹੈ। ਮਗਰੀ ਹੈ ਜਿਹੜੀ ਤੂੜੀ ਦੀ ਪੱਲੀ ਘੁਮਾ ਕੇ ਮੋਢੇ ਤੋਂ ਲਿਆ ਕੇ ਘੁਮਾ ਕੇ ਸਰੀਰ ਦਾ ਹਲਾਰਾ ਦੇ ਕੇ ਖੋਲੀ 'ਚ ਸਿੱਟੀ ਦੀ ਹੈ। ਜਿਹੜੀ ਚੱਕ ਕੇ ਬੰਨ ਕੇ ਚਕਾਈ ਉਹਨੂੰ ਪੰਡ ਕਹਿੰਦੇ। ਮਗਰੀ ਲਾਈ ਦੀ ਬੰਨ ਕੇ ਚੱਕਣੀ ਪੰਡ ਕਹਾਉਂਦੀ ਹੈ। ਰੇਤ ਗੰਡਾਸੀ ਲੱਗਦੀ ਖੁਰਪੀ ਚੰਡ ਕਰਾਉਂਦੀ ਹੈ। ਤੰਗਲੀ, ਸਲੰਗ ਤੇ ਸੱਬਲ, ਹੌੜਾ, ਸੰਦ ਜ਼ਰੂਰੀ ਨੇ। ਹੌੜਾ ਹੁੰਦਾ ਡੰਗਰਾਂ ਦਾ ਜਿਹੜਾ ਗੋਹਾ ਜਿਹਨਾਂ ਨਾਲ ਇਕੱਠਾ ਕਰਦੇ ਨੇ, ਉਹਦੇ ਤੇ 2 ਕਿਲੋ ਦਾ ਗੋਹਾ ਹੀ ਲੱਗਿਆ ਹੁੰਦਾ। ਜਾਂ ਪੁੱਠਾ ਜੱਟ ਬਾਹੁੰਦਾ ਉਹਨਾਂ ਨੂੰ ਹਊਆ ਕਹਿ ਕੇ, ਉਹ ਫੌੜਾ ਬਹੁਤ ਖਤਰਨਾਕ ਹੈ। ਜਦ ਲੜਾਈ ਕਰਦੇ ਫੌੜੇ ਨੂੰ ਬਹੁਤ ਭੱਜ ਕੇ ਜਾਂਦੇ ਨੇ। ਤੰਗਲੀ, ਸਲੰਗ ਤੇ ਸੱਬਲ, ਹੌੜਾ, ਸੰਦ ਜ਼ਰੂਰੀ ਨੇ। ਡੱਕੇ ਨਾਲ ਬਰੋਜ਼ਾ ਪਟੇ ਤੇ ਪਾਉਂਦੇ ਪੂਰੀ ਨੇ। ਕਾਰੀਗਰੀ ਹੈ ਪੂਰੀ ਪੀਪੀ ਦੇ ਪ੍ਰਣਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਦੁਪੱਟੀਆਂ, ਦੋਲੇ, ਚਾਦਰਾਂ, ਖੇਸੀਆਂ ਮੋਢੇ ਪੂਰੇ ਨੇ। ਡੱਬੀਆਂ ਵਾਲੇ ਪਰਨੇ ਨੇਤਰ ਪਏ ਸਰੂਰੇ ਨੇ। ਲਾਲ ਚਿਰੰਗਾ ਅੱਖ ਹੈ। ਪਾਥੀਆਂ, ਪੇਪਾਂ, ਛਿਟੀਆਂ, ਝਿੰਗਾਂ, ਰੀਣ ਗਹਾਰੇ ਦੀ। ਅਚਨਚੇਤ ਜਿਹੀ ਗੂੰਜ ਹਾਸੇ ਦੇ ਫੁੱਟੇ ਫੁਹਾਰੇ ਦੀ। ਦੇਣ ਉਦਾਹਰਨ ਬੈਠੇ ਬੱਸ ਵਿੱਚ ਡੀਡੇ ਗਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਲਾ ਤੇ ਬੁੱਢ ਲੈ ਖੂੰਜੇ, ਪੈਰੀ ਪਾਏ ਖੁੱਸਿਆਂ ਨੇ। ਕਿੱਥੇ ਮੁਚਣਾ ਬੱਲਿਆ 6-6 ਫੁੱਟ ਦੇ ਜੁੱਸਿਆਂ ਨੇ। ਭਾਈਚਾਰੇ ਪੱਲੇ ਬਾਕੀ ਜਰਕਾਂ ਮੜਕਾਂ ਹੋਏ। ਸਵੇਰ ਚੜੀ ਤੋਂ ਜੱਫੀਆਂ ਹੱਥਣ ਵੇਲੇ ਵੜਕਾਂ ਹੋਏ। ਭੁੱਲ ਜਾਂਦੀ ਹੈ ਬਾਤ ਓਏ ਰਾਤ ਗਲਾਸ ਹੰਗਾਲਿਆਂ ਦੀ। ਘੋਲ ਕੇ ਗਲਾਸ ਜਦ ਆਖਰੀ ਪੀਂਦੇ ਨੇ ਰੱਜ ਕੇ ਨਾ, ਫੇਰ ਕਹਿਣਗੇ ਲਵਲੀ ਪੇਕ ਲਾਉਣਾ। ਪੈਗ ਨੂੰ ਪੇਕ ਜਦ ਬੰਦਾ ਕਹਿੰਦਾ, ਲਵਲੀ ਕਹਿੰਦਾ 4-5 ਜਿਹੜੇ ਬੈਠੇ ਨੇ ਨਾ, ਫਿਰ ਉਹ 2-2 ਘੁੱਟਾਂ ਪਾ ਕੇ ਫੜਾਉਂਦੇ ਨੇ। 1990 ਜਿਹੜੇ ਵਿਆਹ ਹੁੰਦੇ ਸੀ ਜਾਂ ਵੀਡੀਓ ਬਣਦੀ, ਕੈਮਰੇ ਬਣਦੇ, ਉਹ ਕੈਮਰੇ ਦੇ ਸਾਹਮਣੇ ਦਾਰੂ ਪਾਉਂਦੇ। ਸਭ ਤੋਂ ਵੱਧ ਗਲਾਸ, ਰਸ ਭਰੀ ਦੀ ਬੋਤਲ ਚੱਕ ਕੇ ਗਲਾਸ ਤੇ ਉੱਚਾ ਕਰਕੇ ਦਾਰੂ ਪਾਉਂਦੇ ਦੀ ਮੂਵੀ ਬਣਾਉਂਦੇ। ਬੰਦੇ ਦੀ ਨਾ ਬਣਦੀ।
लाते वुडलैंड खूंजे पैरी पाए खुसिया ने किथे मुचना बलिया 6-6 फुट दे जुस्सिया ने भाईचारे पल्ले बाकी जरका मड़का होए सफेर चढ़ी तो जप्पियां आथन बेड़े बड़का होए भुल जाती है बात होए रात गलास हंगालिया दी इत्थे आके मुकदी है गल पिंडां वालियां इल दे आलणे डक्का आंदे हुंदे ममीरे दा इल दे आलणे च डक्का ममीरे दा हुंदा जिहदा सुरमा भी बनदा है जैक डैनियल भी तोड़ ना भनदी पाए शीरे दा जद चलदी नूं देखण जांदा लुकमी हुंदी है तूड़ी च पाई अद्धी तां तूड़ी ताड़ी पै जांदी लाहण च किहड़ा तूड़ी सवार के उठाउंदा ਕੰਨ ਲਾ ਕੇ ਸੁੰਘਦਾ ਸ਼ੂਕ ਪੈਂਦੀ ਇੱਥੇ ਵੀ ਕੱਢਦੇ ਨੇ ਪੱਕੀਆਂ ਡਿਸਟਿਲਰੀਆਂ ਲਾਈਆਂ ਨੇ ਟੁੱਲੂ ਪੰਪ ਦੇ ਨਾਲ ਧਰਤੀ 'ਚ ਜ਼ਮੀਨ ਦੋਜ਼ ਜਿਹੜਾ ਸਮਾਨ ਉਹਨਾਂ ਟੁੱਲੂ ਪੰਪ ਦੇ ਨਾਲ ਸਟੀਲ ਵਾਲੇ ਵੱਡੇ ਡਰਮਾਂ 'ਚ ਜਾਂਦੀ ਆ ਫਿਰ ਬਿੱਲੀ ਦੀ ਪੂੰਛ ਵਰਗੀ ਧਾਰ ਪੈਂਦੀ ਹੈ ਇੱਲ ਦੇ ਆਲਣੇ ਡੱਕਾ ਆਂਦੇ ਹੁੰਦਾ ਮਮੀਰੇ ਦਾ ਜੈਕ ਡੈਨੀਅਲ ਵੀ ਤੋੜ ਨਹੀਂ ਭੰਨਦੀ ਪਾਏ ਸ਼ੀਰੇ ਦਾ ਗਿਣਤੀਆਂ ਮਿਣਤੀਆਂ ਖਾਤਰ ਗਿੱਠ ਜਾਂ ਚੱਪੇ ਹੁੰਦੇ ਨੇ ਕੋਬਰੇ ਮਾਂਬੇ ਨਹੀਂ ਸੱਪ ਖੜੱਪੇ ਹੁੰਦੇ ਨੇ ਕੱਲਾ ਨਹੀਂ ਉਹ ਜੋੜੀ ਹੁੰਦੀ ਹੈ ਨਾਗਾ ਕਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ ਰਿਸ਼ਤੇ ਨਾਤੇ ਕੱਢਣਾ ਵੀ ਕੰਮ ਬੜਾ ਹਿਸਾਬੀ ਹੈ ਹੇਮਾ ਮਾਲਨੀ ਕੁੱਲ ਪੰਜਾਬ ਦੀ ਸਾਂਝੀ ਭਾਬੀ ਹੈ ਇੱਟਾਂ ਪੱਲੀਆਂ ਥੈਲਿਆਂ ਤੇ ਉਂਝ ਇਕੱਠੇ ਬਹਿੰਦੇ ਨੇ ਕਮਲਾ ਨਹੀਂ ਇਹ ਕਹਿੰਦੇ ਮੰਗੀਆ ਵਾਲਾ ਮੰਗੀਏ ਆਲੀਆ ਕਹਿੰਦੇ ਨੇ ਸਾਡੇ ਏਰੀਏ 'ਚ ਕਲੰਨ ਮੰਗੇ ਵਾਲੀਆ ਕਹਿੰਦੇ ਨੇ ਕਮਲਾ ਨਹੀਂ ਇਹ ਕਹਿੰਦੇ ਮੰਗੇ ਆਲਿਆ ਕਹਿੰਦੇ ਨੇ ਸਾਰ ਹੁੰਦੀ ਆ ਨੇੜ ਤੇੜ ਦੀ ਆਲ ਦੁਆਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਡਾਰੇ ਵਰਗਾ ਮੱਲ ਦੁਨੀਆ ਤੇ ਮੁੜ ਕੇ ਆਉਣਾ ਗੱਬਰ ਵਰਗਾ ਝੋਟਾ ਐਕਟਰ ਦੂਜਾ ਹੋਣਾ ਨਹੀਂ ਪੁੱਤ ਜੱਟਾਂ ਦੇ ਨਾਲੇ ਸ਼ੋਲੇ ਬਣ ਕੇ ਬਣਨੀਆਂ ਨਹੀਂ ਅੰਗਰੇਜ਼ੀ ਵਾਲੇ ਰੈਂਬੋ ਓਵੇਂ ਹਿੱਕਾਂ ਤੜਨੀਆਂ ਨੇ ਅੰਜਲੀਨਾ ਜੌਲੀ ਚੰਦਰੀ ਧੜਕਣ ਬਣ ਗਈ ਬਾਹਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਫੁੱਲਾਂ ਵਾਲੀਆਂ ਨਿੱਕਰਾਂ ਰੋਲ ਕੇ ਰੱਖ ਦੇਣ ਜੌਕੀ ਦਾ ਕੀ ਮਤਲਬ ਹੈ ਫੁੱਲਾਂ ਵਾਲੀ ਜਿਹੜੀ ਨੀਕਰ ਬਰਾਬਰ ਉਹ ਕਟਾਮਾਂ ਵਾਲੀ ਉਹਦੇ ਬਰਾਬਰ ਜੌਕੀ ਕੀ ਹੈ ਜੌਕੀ ਤਾਂ ਸਾਹ ਨਹੀਂ ਆਉਣ ਦਿੰਦਾ ਅੰਡਰਟੇਕਰ ਕਹਿੰਦੇ ਕੱਲ ਫਿਰ ਢਾਹ ਗਿਆ ਰੌਕੀ ਨੂੰ ਖੂਨ ਮਾਫ ਨੇ ਸੱਤ ਬਈ ਅੱਗ ਬੁਝਾਉਣੀ ਗੱਡੀ ਨੂੰ ਕਹਿਣ ਚਮਕਦੀ ਸਭ ਤੋਂ ਵੱਧ ਖੁਸਰੇ ਦੀ ਅੱਡੀ ਸ਼ੱਕ ਦੇ ਘੇਰੇ ਸਦਾ ਹੀ ਰਹਿੰਦੀ ਤੱਕੜੀ ਲਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਸਦੀਕ ਗਾ ਗਿਆ ਸੁੱਚਾ ਸ਼ਿੰਦਾ ਮੌੜ ਜਿਉਣਾ ਬਈ ਭਰੋਵਾਲ ਦੇ ਸੰਧੂ ਬਾਗ ਵੀ ਕਿਸੇ ਨੇ ਗਾਉਣਾ ਨਹੀਂ ਜਾਰ ਬੋਲਦਾ ਲਾਉਂਦਾ ਅਜੇ ਵੀ ਪਿੱਠ ਛਲਾਰੂਆਂ ਦੀ ਡੋਬਦੀ ਸੀ ਚਮਕੀਲੇ ਬੇੜੀ ਵੱਡਿਆਂ ਤਾਰੂਆਂ ਮਾਨਕ ਗਰਜਾ ਗੀਤਾਂ ਵਿੱਚ ਜੱਗ ਦੇ ਚਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਠੋਕਰਾਂ ਵਾਲੇ ਜੁੜਦੇ ਨਹੀਂ ਕਦੇ ਮੂਹਰੇ ਰੇੜੇ ਤੇ ਪੁੱਛ ਕੇ ਦੇਖੋ ਜਦ ਨੱਥ ਫੜ ਕੇ ਜੋੜਦਾ ਬੰਦਾ ਰੱਬ ਵੀ ਬਰਾਬਰ ਨਹੀਂ ਖੜਦਾ ਧੱਫਾ ਜਦ ਮਾਰਦਾ ਠੋਕਰਾਂ ਵਾਲੇ ਜੁੜਦੇ ਨਾ ਕਦੇ ਮੂਹਰੇ ਰੇੜੇ ਦੇ ਨਿਆਗਰਾ ਫਾਲ ਤੋਂ ਚੱਕਵੇਂ ਟੋਭੇ ਪਿੰਡ ਸੰਘੇੜੇ ਦੇ ਕੱਸੀਆਂ ਨਿਕਲਣ ਐਵੇਂ ਆਵਾ ਗਾਉਣ ਨਹੀਂ ਜਾਣੀਦਾ ਤੱਤ ਸਾਰ ਕਦੇ ਮਿੱਤਰਾ ਟਿਕ ਕੇ ਸੁਣੀ ਕਹਾਣੀ ਦਾ ਪੂਛ ਨਹੀਂ ਕਦੇ ਮਰੋੜੀ ਦੀ ਵਿਚਕਾਰ ਕੇ ਠਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੇਖ ਕੇ ਹਾਸੇ ਹਾਸੇ ਜੰਬੋ ਜੱਟ ਦੀਆਂ ਲਾਟਾਂ ਤੇ ਕਹਿਣ ਟਰੂਡੋ ਵੀਜ਼ੇ ਲਾ ਦੂ ਰਾਸ਼ਨ ਕਾਟਾਂ ਤੇ ਇੰਡੀਆ ਪਾਕ ਜੇ ਰਲ ਗਏ ਦੁਨੀਆ ਬਾਣੀ ਪਾ ਲੈਣਗੇ ਬਾਹਲੀ ਵੱਡੀ ਗੱਲ ਨਹੀਂ ਇਹ ਅਮਰੀਕਾ ਢਾ ਲੈਣ ਰਲ ਕੇ ਰੇਲ ਬਣਾ ਦੇਣਗੇ ਗੋਰਿਆਂ ਕਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਗਰਮੀ ਕਹਿੰਦੇ ਟਾਠ ਬੋਲਦਾ ਠੰਡ ਨੂੰ ਪਾਲਾ ਬਈ ਪਿੰਡ ਗੁਆਂਢੀ ਦਾਊ ਮਾਜਰਾ ਚੀਮਾ ਘਰਾਲਾ ਵੀ ਪੈਲ ਦੇ ਨਾਲ ਪਿੰਡ ਨੇ ਪਿੱਠਾਂ ਉੱਪਰੋਂ ਚੋਂਦੇ ਮੁੜ ਕੇ ਘੜਦੇ ਵੱਟਾਂ ਨੂੰ ਕਿਹੜੇ ਯੋਗੇ ਠੀਕ ਕਰਨਗੇ ਲੱਗੀਆਂ ਸੱਟਾਂ ਨੂੰ ਕਹਿੰਦੇ ਮੰਗਤਾ ਬਦਲੂ ਕਿਸਮਤ ਅਟਣਾ ਕਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ ਵਪਾਰਕ ਸੰਦੇਸ਼ ਲੈ ਲਵਾਂ ਪੁਰਾਣੇ ਸ਼ਬਦ ਫਿਰ ਤੁਸੀਂ ਵੀ ਸੁਣਾਇਓ ਪੁਰਾਣੇ ਸ਼ਬਦ ਜਿਹੜੇ ਪਿੰਡਾਂ ਦੇ ਆਪਣੇ ਖਤਮ ਹੋ ਗਏ ਸਾਡੀਆਂ ਜ਼ੁਬਾਨਾਂ ਤੋਂ ਵੀ ਖਤਮ ਹੋ ਗਏ ਉਹ ਪੁਰਾਣੇ ਸ਼ਬਦ ਜਿਹੜੇ ਮੈਂ ਯਾਦ ਕਰਾਏ ਨੇ ਦਾਊ ਮਾਜਰੇ ਦੇ ਹੋਰ ਵੀ ਜਿਹੜੀ ਪਿੰਡਾਂ ਵਾਲੀ ਗੱਲਾਂ ਬਾਤਾਂ ਮੈਂ ਗਾਂਹ ਜਾ ਕੇ ਸੁਣਾਉਣਾ ਪਰ ਤੁਸੀਂ ਵੀ ਫੋਨ ਕਰੋ ਸਰ ਰੂਪ ਸਿੰਘ ਜੀ ਤੁਸੀਂ ਏਅਰ ਤੇ ਹੋ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀ ਬਹੁਤ ਪੁਰਾਣੀਆਂ ਗੱਲਾਂ ਯਾਦ ਕਰਾਤੀਆਂ ਤੁਹਾਡੀ ਵੇਲੇ ਬੜਾ ਕੁਛ ਇਹ ਦੇਖਿਆ ਜਿਵੇਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਰਹੇ ਜਿਹੜੀ ਫਸਲਾਂ ਚੋਂ ਦੀ ਬਾਦਲਾ ਸਲਾਰਾ ਬੇਲ ਬੂਟੀ ਖੱਡੀ
ਉਹ ਗੁਜੜਾ ਜੀ ਉੱਥੇ ਆਪਣੀਆਂ ਬਾਕੀਆਂ ਦੇ ਕਪਾਹਾਂ ਚ ਉਹਦੇ ਨਦੀਦ ਕਹਿੰਦੇ ਨਦੀਦ। ਜਿਹੜੀ ਤੁਸੀਂ ਫੌੜੇ ਵਾਲੀ ਗੱਲ ਸੁਣੀ, ਇੱਕ ਤਾਂ ਫੌੜਾ ਹੁੰਦਾ ਜੀ ਜਿਹੜਾ ਆਪਣਾ ਗਵਾਸ਼ ਉਹਦਾ, ਇੱਕ ਜਿਹੜਾ ਉੱਥੇ ਦਾਲੇ ਇਕੱਠੇ ਕਰਦੇ ਪੈਰੀ ਇਕੱਠੇ, ਉਹਨੂੰ ਸਬਕ ਦਿੱਤਾ ਕਹਿੰਦੇ। ਤੇ ਫੌੜੇ ਵਾਲੇ ਇਹ ਵੀ ਕਹਿੰਦੇ ਹੁੰਦੇ ਸੀ ਕਿ ਆਖਿਆ ਸਿਆਲੇ ਦਾ ਤੇ ਖਾਧਾ ਔਲੇ ਦਾ, ਬਾਹਰ ਖਾਲੀ ਜਾਂਦਾ ਜੀ ਕਦੇ ਵੀ ਫੌੜੇ ਦਾ। ਜਿਹੜੇ ਹੁਣ ਤੁਸੀਂ ਦਰਖਤਾਂ ਦੀ ਗੱਲ ਕਰਦੇ ਹੋ, ਉਹਦੇ ਚ ਆਪਣੀ ਜਿਹੜੀ ਹੈਗੀ ਹੈ ਆਪਣੀ ਬਬੂਲ ਦਾ ਦਰਖਤ ਵੀ ਹੁੰਦਾ ਸੀ, ਪਹਾੜੀ ਕਿੱਕਰ ਵੀ ਹੁੰਦੀ ਸੀ ਜੀ। ਹੁਣ ਜੇ ਆਪਾਂ ਖੇਤੀ ਦੇ ਸੱਦਾਂ ਦੀ ਗੱਲ ਕਰੀਏ ਜੀ, ਫੜਾ ਵੀ ਉਹਦੇ ਇੱਕ ਚੁੱਝੂ ਦੋ ਜੇ ਸਿਗੜ ਪਾ ਕੇ ਇੱਕ ਟੱਪਾ ਜਾ ਉਹਦਾ ਜਿਹੜਾ ਬਡਲੀ ਲਾਈ ਹੁੰਦੀ ਸੀ ਆਪਣੇ ਲਾਗਾ ਇਕੱਠਾ ਬਡਲੀ ਚੋਂ ਖਿੱਚ ਕੇ ਕਰਦੇ, ਉਹਨੂੰ ਚੁੱਝੂ ਕਹਿੰਦੇ ਜੀ। ਉਹਦਾ ਬਹੁਤ ਅੱਛਾ ਹੁੰਦਾ। ਹੋਰ ਵੀ ਹੈਗੀ ਜੀ, ਚਲੋ ਹੋਰ ਕਿਸੇ ਕਾਲਰਾਂ ਨੂੰ ਰਹਿਣ ਦਿਓ। ਥੈਂਕ ਯੂ ਜੀ ਤੁਹਾਡਾ, ਧੰਨਵਾਦ ਜੀ। ਨਹੀਂ, ਇਹ ਯਾਦ ਰਹਿਣ ਦੀਆਂ ਗੱਲਾਂ ਹੈ। ਹੁਣ ਤੁਸੀਂ ਇਹ ਸਾਡੇ ਨਾਲ ਹੁਣ ਦੁੱਖ ਪਤਾ ਕੀ ਹੈ, ਜਿਹੜੀਆਂ ਤੁਸੀਂ ਫੜਿਆਂ ਦੀਆਂ ਗੱਲਾਂ ਕੀਤੀਆਂ ਜੇ ਉਹ ਸਾਡੇ ਅਸੀਂ ਨਹੀਂ ਵੇਖੀਆਂ। ਤੇ ਉਹਦੇ ਬਾਅਦ ਹੁਣ ਕੱਲ ਵਾਲੀਆਂ ਤਾਂ ਚੀਜ਼ਾਂ ਜਿਹੜੀਆਂ ਹੁਣ ਪਤਾ। ਅੱਛਾ, ਇੱਕ ਹੋਰ ਦੁੱਖ ਦੀ ਕਹਾਣੀ ਤੁਹਾਨੂੰ ਦੱਸਾਂ। ਜਿਹੜੇ ਇੱਥੇ ਵਾਲਿਆਂ ਨੂੰ ਤਾਂ ਚਲ ਪੰਜਾਬੀ ਦੇ ਨੇੜੇ ਕੀ ਆਉਣਾ, ਇਹ ਤਾਂ ਚਲੋ ਫੇਰ ਵੀ ਜਿੰਨਾ ਕੁ ਆਪਾਂ ਪੜ੍ਹਾ ਲਏ। ਜਿਹੜੇ ਪੰਜਾਬ ਤੋਂ ਆਉਂਦੇ ਆ ਉਹ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਪੰਜਾਬੀ ਉਹ ਅੰਗਰੇਜ਼ੀ 'ਚ ਲਿਖਦੇ। ਅੱਛਾ, ਜੇ ਉਹਨਾਂ ਨੂੰ ਕਹੀਏ ਉਹ ਕਹਿੰਦੇ ਨਾ ਅਸੀਂ ਸਕੂਲਾਂ ਸਾਨੂੰ ਤਾਂ ਪੰਜਾਬੀ ਪੜ੍ਹਨ ਨਹੀਂ ਦਿੱਤੀ ਉਹਨਾਂ ਨੇ। ਜੇ ਹਿੰਦੀ ਮਤਲਬ ਕਾਨਵੈਂਟ ਸਕੂਲ 'ਚ ਤੁਸੀਂ ਪੰਜਾਬੀ ਬੋਲ ਦੋ, ਫਾਈਨ ਸੀ ਉਹਦਾ ਬਹੁਤ ਵੱਡਾ, ਤੇ ਬਹੁਤ ਵੱਡਾ ਜੁਰਮਾਨਾ। ਉਹ ਕਹਿੰਦੇ ਨਹੀਂ ਆਪਣੇ ਕਰਨ ਦਿੰਦੇ। ਤੇ ਪਰ ਹੁਣ ਜਿਹੜੀ ਇਹ ਜਿਹੜੀ ਅਗਲੀ ਸਾਡੀ ਪੀੜ੍ਹੀ ਹੈ, ਉਹਦੇ ਕੋਲੋਂ ਤਾਂ ਸ਼ਬਦ ਜਮਾ ਹੀ ਵਿਸਰ ਜਾਣੇ ਨੇ। ਉਹਨਾਂ ਤਾਂ ਪਤਾ ਹੀ ਨਹੀਂ ਹੋਣਾ ਵੀ ਕਿਹੜੀਆਂ ਚੀਜ਼ਾਂ ਕੀ ਕਹਿ ਰਹੇ ਹਾਂ ਅਸੀਂ। ਆ ਜਿਹੜੇ ਸ਼ਬਦ ਕਿੰਨੇ ਪੜ੍ਹੇ ਨੇ, ਆਪਣੇ ਲਿਖੇ ਨੇ ਇਹਨੇ, ਆਪਣੇ ਸੁਰਿੰਦਰ ਨੇ, ਰਾਊ ਮਾਜਰੇ ਨੇ, ਤੇ ਇਹਦੇ ਬਾਅਦ ਤਾਂ ਗੱਲ ਖਤਮ ਹੋ ਜਾਣੀ ਹੈ। ਮੈਂ ਘੁੱਦੇ ਦੀ ਵੀ ਲੱਭ ਰਿਹਾ ਤੇ ਉਹਨੇ ਬਹੁਤ ਇੱਕ ਵਧੀਆ ਉਸਨੇ ਵੀ ਲਿਖਿਆ ਸੀ। ਪਰ ਹੁਣ ਦੁੱਖ ਦੀ ਕਹਾਣੀ ਤਾਂ ਇਹ ਹੈ ਵੀ ਇਹ ਤਾਂ ਭਾਸ਼ਾ ਸਾਡੇ ਤੋਂ, ਜੇ ਭਾਸ਼ਾ ਚਲੇਗੀ ਜਿਹਦੇ ਤੋਂ ਖਤਮ ਹੈ ਕਹਾਣੀ। ਸਾਡਾ ਤਾਂ ਸਾਰਾ ਕੁਛ ਇਹ ਭਾਸ਼ਾ ਸਾਡਾ, ਇਹ ਤਾਂ ਹੈ ਨਹੀਂ ਵੀ ਬੋਲੀ ਸਾਡੀ ਹੋਰ ਹੈ। ਸਾਡਾ ਸੱਭਿਆਚਾਰ, ਸਾਡਾ ਧਰਮ, ਸਾਡਾ ਗ੍ਰੰਥ ਉਹੀ ਬੋਲੀ 'ਚ ਹੈ। ਸਾਡਾ ਨਿਬੜ ਜਾਣਾ ਕੰਮ, ਰਹਿਣਾ ਹੀ ਕੱਖ ਨਹੀਂ। ਗੁਰਬਖਸ਼ੀਸ਼ ਸਿੰਘ ਬਰਾੜ ਜੀ, ਲਾਈਨ ਨੰਬਰ 2 ਜੀ। ਸਤਿ ਸ੍ਰੀ ਅਕਾਲ। ਹਾਂ, ਤੁਸੀਂ ਸਾਨੂੰ ਕਹਿੰਦੇ ਸੀ ਪੁਰਾਣੇ ਪਹਿਲਾਂ ਫਲੇ ਤੋਂ ਸ਼ੁਰੂ ਹੋਣਾ ਹੁੰਦਾ ਸੀ, ਪੁਰਾਣੇ ਪਿੰਡਾਂ ਦੇ ਵਿੱਚ ਪਹਿਲਾਂ। ਹਾਂ, ਫੜਾ, ਢੀਂਗਾ, ਤੰਗੜੀ, ਸਰੰਗ ਇਹੋ ਜਿਹੇ ਛੰਦ ਹੁੰਦੇ ਸੀ ਉਹਨੂੰ। ਤੇ ਬਾਈ ਜੀ ਦੱਸ ਗਏ ਫੋੜਾ ਵੀ ਸਬਰ ਕਰਤਾ ਵੀ ਉਹਨੇ ਸਬਰ ਕਰਤਾ ਨਾ, ਭਾਰੇ ਦਾਣੇ ਖਿੱਚ ਖੁੱਚ ਕੇ ਤੇ ਉਧਰ ਕਰਨੇ। ਹੋਕਰ ਮਾਂਜਾ ਇਹੋ ਜਿਹੀਆਂ ਚੀਜ਼ਾਂ ਪਿੰਡਾਂ ਦੇ ਕੰਮ ਦਿੰਦੇ ਜਾਣੀ ਇੰਨੀ ਕਿ ਦਨਾ ਨੇ। ਫਿਰ ਹੋਰ ਕਹਿ ਵਾਲੀ ਹੈ ਜੀ। ਅੱਛਾ ਬਰਾੜ ਸਾਹਿਬ, ਸੁਣਨ ਵਾਲਿਆਂ ਨੂੰ ਇਹ ਵੀ ਦੱਸਿਓ ਵੀ ਫਲੇ ਕੀ ਸੀ, ਫਲਿਆਂ ਨੂੰ ਹੱਕਣਾ ਕੀ ਸੀ, ਫਲੇ ਹੁੰਦੇ ਕੀ ਸੀ? ਉਹ ਫੜਾ ਬਾਈ ਜੀ ਉਹਦੀ ਲਾਗਿਆਂ ਜਾਂਦਾ ਨਾ, ਦੋ ਵੰਝ ਲੈ ਕੇ ਉਹਦੇ ਵਿੱਚ ਪਾਸੇ ਆਪਣਾ ਜੋੜ ਕੇ ਉਹਨਾਂ ਨੂੰ ਤੇ ਉੱਤੇ ਛਾਪੇ ਛੁਪੇ ਰੱਖ ਕੇ ਭਾਰ ਜਿਹਾ ਬਣਾ ਕੇ ਤੇ ਰੱਸੀਆਂ ਬੇੜਾ ਬੂੜਾ ਨਾਲ ਕੱਸ ਕੇ ਬੰਨ ਦਿੰਦੇ। ਤੇ ਉਹ ਜਿਹੜਾ ਕੋਈ ਤਗੜੇ ਬੰਦੇ ਉਹਨਾਂ ਦੇ ਤਾਂ ਦੋ ਜੋਕਾਂ ਆਉਂਦੀਆਂ ਸੀ, ਕੁੱਟ ਬਾਹਰ ਜੋੜਨਾ ਦੇ ਬਾਲਦ ਜਿਹੜੇ ਪੈਰੀ ਦੇ ਵਿੱਚ ਤੁਰੇ ਆਉਂਦੇ ਸੀ, ਉਹਨੂੰ ਲਾਂਘਾਂ ਨੂੰ ਖਾਉਣ ਵਾਸਤੇ ਵਰਤਿਆ ਜਾਂਦਾ ਸੀ ਉਹ। ਤੇ ਜਿਹੜਾ ਛੋਟਾ ਫੜਾ ਇੱਕ ਜੋਗ ਸੀ, ਛੋਟਾ ਬਣਾ ਲਾ ਤਾਂ ਕੋਈ ਵਿੱਚ ਹੀ ਲਾਂਘੇ ਦੇ ਤੇਰੇ ਫਿਰਦੇ ਵਿਚਾਰੇ ਬਾਲ ਦੋ। ਅੱਛਾ, ਮੇਰੀ ਜਿਹੜੀ ਲਾਂਘੇ ਨੂੰ ਭੋਰਨਾ ਤੇ ਜੀ ਹੌਲੀ 5-4 ਘੰਟੇ ਦੀ ਹੁਣ ਪੈਰੀ ਬੋਲਦੀ, ਪੈਰੀ ਪਾ ਕੇ ਗਾਈ ਜਾਣੀ। ਤੇ ਜਦੋਂ ਤੂੜੀ ਬਣ ਗਈ ਫਰੋਲ ਕੇ ਗਾਈ ਫਰੋਲ ਤੇ ਤੂੜੀ ਬਣ ਇਕੱਠੀ ਕਰ ਦੇਣੀ ਉਹ। ਤੇ ਉਦੋਂ ਜਾਣੀ ਬਾਹਲੇ ਲਾਂਘੇ ਪੁਰਾਣੇ ਟਾਈਮਾਂ 'ਚ ਬਾਹਲੇ ਹੁੰਦੇ ਨਹੀਂ ਤੇ ਉਹ ਪਹਿਲਾਂ ਲਿਆ ਕੇ ਕਿੱਥੇ ਕਰਕੇ ਉਹਨੂੰ ਧੜ ਬੋਲਦੇ ਇਕੱਠੀ ਕਰੀ ਜਾਣੇ ਉਹਨੂੰ ਸਾਰੀ ਤੂੜੀ ਨੂੰ, ਦਾਣੇ ਤੂੜੀ ਇਕੱਠੇ ਹੀ। ਅੱਛਾ ਜੀ। ਫਿਰ ਜਦੋਂ ਹਵਾ ਚੱਲ ਕੇ ਫਿਰ ਹਵਾ ਨੂੰ ਤੰਗੜੀ ਜਿਹੜੀ ਉਹ ਤੰਗੜੀ ਨਾਲ ਤੇ ਨੰਬਰ ਕਿਤੇ ਨੇ ਕੰਮ ਜਾਂਦਾ ਉਹਨੂੰ ਅੜਾ ਕੇ ਜਾਣੀ ਸੀ ਤੂੜੀ ਅੱਡ ਕਰਨੀ, ਪਿੱਛੇ ਸਾਈਡ ਬਣ ਜਾਣਾ, ਸਾਈਡ ਨੂੰ ਫਿਰ ਦੁਬਾਰੇ ਕਾਉਣਾ ਉੱਥੇ ਫੜੇ ਨਾਲ ਹੀ। ਫਿਰ ਸਜਲੀ ਹੁੰਦੀ, ਸਜਲੀ ਨਾਲ ਡਾ ਕੇ ਜਾਣੀ ਬੋਲ ਬਣਾਉਣੇ। ਇਸ ਤਰ੍ਹਾਂ ਤੈਅ ਹੁੰਦੇ ਭਰਾ। ਓਹੋ
ਅੱਛਾ, ਕਿੰਨੇ ਸਮੇਂ ਦਾ ਪਹਿਲਾਂ ਤਾਂ ਜਿਹੜਾ ਸਾਰਾ ਲਾਂਗਾ ਲੈ ਕੇ ਆਉਣਾ ਖੇਤ ਦੇ ਵਿੱਚੋਂ ਸਾਰੀ ਕਣਕ ਜਿਹੜੀ ਉਹ ਢੋਣੀ ਕਿਵੇਂ ਗੱਡਿਆਂ 'ਚ ਲੱਦ ਕੇ ਉੱਪਰੋਂ ਲੱਛਾਂ ਆਪਣੇ ਉਹ ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਨਾ ਮੈਨੂੰ ਦੱਸਦਾ ਤਕਰੀਬਨ 20-25 ਚੇਤ ਤੋਂ ਦੇਸੀ ਮਹੀਨੇ ਨਾ 20-25 ਚੇਤ ਤੋਂ ਜਾ ਕੇ ਕਣਕ ਦੀ ਵਢਾਈ ਸਰੋਂ ਕਣਕ ਦੀ ਵਢਾਈ ਸ਼ੁਰੂ ਚੱਲ ਪੈਂਦੀ ਸੀ ਤੇ ਤਕਰੀਬਨ ਮਹੀਨਾ ਕਣਕ ਦੀ ਵਾਢੀ ਚੜੀ ਜਾਂਦੀ 20-25 ਵਿਸਾਖ ਤੱਕ। ਉਦੋਂ ਲੋਕੀ ਅਸੀਂ ਤਾਂ ਵੇਖਿਆ ਦਿਨੇ ਘਰ ਨਹੀਂ ਜੇਗਾ ਰਾਤ ਨੂੰ ਨੇਰੇ ਹੋਣਾ ਤੇ ਨੇਰੇ ਹੋ ਜਾਣਾ, ਜਦੋਂ ਦਿਨੇ ਘਰੇ ਨਾ ਮਹੀਨੇ ਵਿੱਚ ਤੇ ਘਰ ਹੋਰ ਉਂਝ ਲੱਗਦਾ ਹੁੰਦਾ ਸੀਗਾ। ਓਹੋ। ਤੇ ਫਿਰ ਉਹ ਅੱਛਾ ਜੀ ਵੱਢ ਕੇ ਤੇ ਮੰਡਲੀਆਂ ਲਾਈ ਜਾਣੀਆਂ ਤੇ ਬੋਲ ਮੰਡਲੀਆਂ ਇਹਨਾਂ ਨੇ ਕਿਸ ਲਾ ਕੇ ਕਈਆਂ ਥਾਈਆਂ ਪੰਡਾ ਬੰਨਦੇ ਲੋਕੀ ਮਗਰ ਪੰਡਾ ਹੀ ਬੰਨ ਲਾ ਪਈ, ਪਹਿਲਾਂ ਮੰਡਲੀ ਬੋਲਦੇ ਸੀ ਕੋਲ। ਅੱਛਾ ਜੀ। ਉਹ ਮੰਡਲੀ ਦੇ ਫਿਰ ਉਹ ਹੌਲੀ ਜੋ ਨਿਬੜ ਜਾਣਾ ਸਾਰਾ ਕਣਕ ਦਾ ਕੰਮ ਤੁਮਰ ਫਿਰ ਲਿਆ ਲਾ ਕੇ ਪੇੜ ਪੁੜ ਬਣਾ ਕੇ ਤੇ ਥੋੜੀ ਲਿਆ ਕੇ ਜਿਵੇਂ ਫੜਿਆ ਤੈਨੂੰ ਦੱਸਿਆ ਉਹ ਫੜਿਆ ਨਾ ਗਾ ਕੇ ਥੋੜੀ ਢੇਰੀ ਲਾਈ ਉਹਨੂੰ ਧੜ ਕਰੀ ਜਾਂਦੇ ਸੀਗੇ ਤੇ ਫਿਰ ਅੜਾਉਣੀ ਜਦੋਂ ਬਾਹਰੋਂ ਕੰਮ ਨਿਬੜ ਜਾਂਦੇ ਲਾਂਗੇ ਫਿਰ ਸਾਰਾ ਪਿੰਡ 'ਚ ਹੀ ਕੰਮ ਆਉਂਦੇ। ਫਿਰ ਉਹ ਲੋਕੀ ਤੰਗੜੀਆਂ ਡਾਰ 2-2 ਮਹੀਨੇ ਲੱਗ ਜਾਂਦੇ ਸੀ ਕਿ ਯਾਦ ਹਾਰ ਚੱਕਰ ਆ ਜਾਂਦੇ ਸੀ ਕਿ ਜਾਣੀ ਦੀ ਲਾ ਕੇ ਚੇਤ ਤੋਂ ਐਡੋਰੀ ਜਿਹਨੇ ਕੰਮ ਵੱਧ ਘੱਟ ਕੇ ਪਹਿਲਾਂ ਵੀ ਨਿਬੇੜ ਲੈਂਦੇ ਹਿੰਮਤ ਵਾਲੇ ਕੰਮ ਵੀ ਵੱਧ ਘੱਟ ਹੁੰਦਾ ਸੀ। ਅੱਛਾ ਬਰਾੜ ਸਾਹਿਬ, ਇਹ ਜਿਹੜੇ ਪੇੜ ਹੁੰਦੇ ਉਹ ਫਿਰ ਪਿੰਡ ਦੀ ਸੱਥ ਝਾਲ ਵਾਲੇ ਲਾਉਂਦੇ? ਹਾਂ ਭਾਈ, ਉਹ ਕੋਈ ਤਾਂ ਕਈਆਂ ਦੇ ਉਹ ਤਾਂ ਪੁਰਾਣੇ ਟਾਈਮਾਂ 'ਚ ਪੇੜਾਂ ਦਾ ਥਾਂ ਰੱਖਿਆ ਹੀ ਹੁੰਦਾ। ਉਦੋਂ ਕੋਈ ਪੁਰਾਣੇ ਜਿਵੇਂ ਹੈ ਨਹੀਂ ਸੀ ਆਪਣਾ ਬਾਹਲੀ ਪੈਲੀ ਦੀ ਲੋੜ ਤੇ ਪੇੜ ਬਣ ਘਾਟ ਖੋੜ ਕੇ ਰੱਖਣੇ। ਕਈਆਂ ਫਿਰ ਨੇੜੇ ਜਿਹੜੇ ਕਣਕ ਵੀ ਕਣਕ ਵਾਲੇ ਵਾਹਣਾਂ ਦੇ ਵਿੱਚ ਹੀ ਪੇੜ ਬਣਾ ਲੈਣ ਖੁਰਚ ਕਰ ਕੇ ਸਾਫ਼ ਸੁ ਕਰਕੇ। ਇਸ ਤਰ੍ਹਾਂ ਹੁੰਦਾ ਹੈ। ਅੱਛਾ, ਮੀਂਹ ਕਣੀ ਤੋਂ ਫਿਰ ਕੀ ਖਿਆਲ ਰੱਖਦੇ ਜੇ ਮੀਂਹ ਪੈ ਜਾਣਾ ਆਲੇ ਜਾਣੇ ਨਾ ਜੰਨ ਦਾ ਤੇ ਪੇੜ ਭਿੱਜਦਾ ਰਹਿੰਦਾ, ਕੋਈ ਨਹੀਂ ਆਵੇ ਮੀਂਹ ਪੈ ਜਾਂਦਾ ਪੇੜ ਦਾ ਬਹੁਤ ਨੁਕਸਾਨ ਹੋ ਜਾਂਦਾ ਸੀਗਾ ਜੀ। ਹਾਂ, ਫਿਰ ਹੌਲੀ ਹੌਲੀ ਧੁੱਪਾਂ ਉਹਨੇ ਇਹਨਾਂ ਦਿਨਾਂ ਧੁੱਪਾਂ ਚੰਗੀਆਂ ਉਹਨੇ ਸੁੱਕ ਵੀ ਛੇਤੀ ਜਾਂਦੇ ਆ, ਗਰਮੀ ਹੁੰਦੀ ਸੀ ਤੇ ਬਾਕੀ ਤਾਂ ਜਿਸ ਭੇਜੇ ਤਾਂ ਜਾਣੀ ਬੜਾ ਕੰਮ ਵੱਧ ਜਾਂਦਾ ਫਿਰ ਫਲੇ ਹੱਕਣੇ। ਇੱਕ ਮੰਨ ਲਓ ਵੀ ਜਦ ਕਣਕ ਸਿੱਟ ਲਈ ਆ ਕੇ ਮੰਡਲੀਆਂ ਸਿੱਟ ਲੀਆਂ, ਜਦ ਬੌਲਦ ਤੇ ਉੱਪਰ ਫਲੇ ਘੁੰਮ ਰਹੇ ਨੇ ਉੱਠ ਦੇ ਨਾਲ, ਕਿੰਨੀ ਕੁ ਵਾਰ ਘੁਮਾਉਣੇ ਪੈਂਦੇ ਸੀ ਉੱਪਰ ਉਹਦੀ ਦਾਣੇ ਹੋ ਜਾਂਦੇ ਸੀ? ਦਾਣੇ ਵਾਲਾ ਤਾਂ ਬਾਈ ਹਵਾ ਕਰਦੀ ਜਾਣੀ ਉਹ ਗਾਉਣ ਵਾਸਤੇ ਨਾ ਟਾਈਮ ਆਵਾ ਲੱਗ ਜਾਂਦੇ ਜਾਣੀ ਉਹ ਠੰਡੇ ਦਿਮਾਗ ਦਾ ਕੰਮ ਨਹੀਂ ਛੇਤ ਨਹੀਂ ਹੁੰਦੀ ਸੀ ਵੀ ਹੁਣ ਲਾਂਗਾ ਸਲਾਬਾ ਸਲੂਬਾ ਜਾਂ ਜਿਵੇਂ ਤੁਹਾਡੇ ਪੈੜ ਕਣੀਆਂ ਕੁਣੀਆਂ ਜਾਂ ਭੇਜੇ ਜੇ ਤਾਂ ਉਦੋਂ ਕੰਮ ਵੱਧ ਜਾਂਦੇ। ਫਿਰ ਛੇਤੀ ਜੀ ਹਲਾ ਲਾ ਕੇ ਸੁਕਾ ਕੇ ਫਿਰ ਉਹਨੂੰ ਗਾਉਣਾ ਤੇ ਜਿਹੜਾ ਸੁੱਕ ਜਦੋਂ ਉਹਨੀ ਦਿਨੀ ਲੋਹ ਵਗਣ ਲੱਗ ਪਈ ਲੋਹ ਵਾਰੀ ਫਿਰ ਛੇਤੀ ਜਾਣੀ ਉਹ ਭੁਰ ਜਾਂਦਾ, ਛੇਤੀ ਭੁੱਜ ਕੇ ਤੂੜੀ ਬਣ ਜਾਂਦੀ ਉਹਦੀ। ਤੇ ਬਰਾੜ ਸਾਹਿਬ, ਥ੍ਰੈਸ਼ਰ ਕਿਹੜੇ ਸਾਲ 'ਚ ਲਿਆਂਦਾ ਤੁਸੀਂ? ਇਹ ਥ੍ਰੈਸ਼ਰ ਸਾਡਾ ਸ਼ੁਰੂ ਹੋਇਆ ਜੀ 1956 'ਚ ਇਸਤੇਮਾਲ ਹੋਇਆ। ਉਦੋਂ ਮੋਰ ਪਹਿਲਾਂ ਛੋਟੇ ਬਣੇ, ਪਹਿਲਾਂ ਉਹਨੂੰ ਡਰਮੀ ਬੋਲਦੇ, ਉਹਨੂੰ ਨਾ ਇਕੱਲੀ ਬਣਾ ਕੇ ਪਤਾ ਚੱਲਦਾ ਕਰਦੇ ਲੱਤਾਂ ਨਹੀਂ ਲਾਈਆਂ ਸੀ ਆਪਦੀਆਂ ਲੱਕੜਾਂ ਤੇ ਕੱਸ ਕੇ ਅਸੀਂ ਚਲਾਈ ਸੀ। ਅਸੀਂ ਆਪਦੀ ਮੈਂ ਗੱਲ ਦੱਸਦਾ। ਅੱਛਾ ਜੀ। ਇੰਜਨ ਪੀਟਰ ਇੰਜਨ ਦਾ ਬੋਰ ਤੇ ਪਹਿਲਾਂ ਲੱਗਾ ਤੇ ਉਹੀ ਬੋਰ ਤੇ ਉਹ ਚੱਕ ਉਹ ਦੂਜੇ ਪਾਸੇ ਮੈਂ ਡਰਮੀ ਚਲਾ ਲਿਆ ਸੀ। ਹੌਲੀ ਫਿਰ ਬਾਅਦ ਫਿਰ 260 ਤੋਂ ਮਗਰੋਂ ਤੇ ਫਿਰ ਜਾਨੀ ਦੀ 65 ਦੇ ਆਸ-ਪਾਸੇ ਵਾਹਵਾ ਗੱਡੀਆਂ ਨਾਲ ਪੱਖੇ ਲਾ ਦੀ ਆਪਦੀ ਤੂੜੀ ਵਿੱਚੋਂ ਕੱਢਣ ਲੱਗ ਗਏ ਤੇ ਫਿਰ ਗਾ ਬਦਲ ਟੁਰਿਆਗਾ 70 'ਚ ਮੇਰੇ ਹੜੰਬੇ ਹੜੁੰਬੇ ਜੇ ਚੱਲ ਪਏ। ਫਿਰ ਉੱਤੋਂ ਤੂੜੀ ਦੂਜੇ ਪਾਸੇ ਦਾ ਕੋਪਾ ਬੋਲਦੇ ਹੁੰਦੇ ਸੀ, ਤੂੜੀ ਇਲਾਕਿਆਂ ਦੀ ਬੋਲੀ ਆ। ਤੇ ਫਿਰ ਹੁਣ ਮਗਰੋਂ 80 ਤੋਂ ਮਗਰੋਂ ਆ ਕੇ ਤਾਂ ਤੁਸੀਂ ਵੇਖੀ ਜਾਓ ਤਾਂ ਦੂਜੇ ਵੱਡੇ ਹੜੰਬੇ ਚੱਲ ਪਏ ਬਹੁਤ ਮੇਟ ਕੰਮ। ਅੱਛਾ, ਜਿਹੜੀ ਡਰਮੀ ਹੁੰਦੀ ਸੀ ਉਹ ਕਣਕ ਤੇ ਤੂੜੀ ਅੱਡ ਨਹੀਂ ਸੀ ਕਰਦੀ, ਫੇਰ ਅੜਾਉਣੀ ਪੈਂਦੀ ਸੀ? ਨਹੀਂ, ਜਦੋਂ ਪਹਿਲਾਂ ਸ਼ੁਰੂ ਕੀਤੀ ਇਹਨਾਂ ਨੇ ਬਣਾਈਆਂ ਪਹਿਲਾਂ ਉਹ ਨਹੀਂ ਪਹਿਲਾਂ ਪੱਖਾ ਨਹੀਂ ਚਲਾ ਪਾਦਾ। ਹੌਲੀ ਜਿਵੇਂ ਗਾਂ ਦਿਮਾਗ ਨੇ ਕੱਟ ਪੀਤਾ ਵੀ ਇਹਨੂੰ ਪੱਖਾ ਵੀ ਲੱਗ ਸਕਦਾ, ਹੇਠਾਂ ਪੱਖਾ ਲਾਦਾ ਉਹ ਪਾਸੇ ਤੰਗੜੀ ਜਿਹੀ ਨਾਲ ਵੀ ਡਾਦਾ ਕੇ ਕਣਕ ਹੇਠਾਂ ਜਿਹੜੀ ਬੋਲ ਦਾਣੇ ਪਾਸੇ ਕਰੀ ਜਾਣੀ ਤੂੜੀ ਅੱਡ ਕੱਢੀ ਜਾਣੀ। ਫਿਰ ਉਦੋਂ ਮੋਰੇ ਨੇ ਫਿਰ ਬੰਦ ਜੇ ਕਰਕੇ ਪੱਖਾ ਲਾ ਦੋ ਆਪੇ ਤੂੜੀ ਖਿੱਚਣ ਲੱਗ ਪਿਆ। ਹੋਰ ਥੋੜੀ ਵੱਡੀ ਕਰਤੀ ਸੀ, ਫਿਰ 2 ਪੱਖੇ ਲਾਤੇ ਉਹਨੂੰ। ਇਸ ਤਰ੍ਹਾਂ ਬਾਅਦ ਜਿਵੇਂ ਦਿਮਾਗ ਕੰਮ ਕਰੀਗਾ ਗਾਂ ਦੀਆਂ ਵਧਾਈ ਤੁਰੇ ਕੰਮ ਨੂੰ। ਤੇ ਬਰਾੜ ਸਾਹਿਬ, ਜਦ ਫਿਰ ਫਲਿਆ ਤੋਂ ਡਰਮੀ ਤੇ ਆਏ ਹੋਣਗੇ, ਬਹੁਤ ਖੁਸ਼ ਹੋਣਗੇ ਲੋਕ ਵੀ ਬੱਲੇ 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 ਕਿੰਨਾ ਆਰਾਮ ਹੋ ਗਿਆ। ਕੀ ਜਾਣ ਤਾਂ ਮੈਂ ਆਰਾਮ ਸਾਡੇ ਕੇ ਤੈਨੂੰ ਮੈਂ ਸੁਣਾਉਣਾ ਸਾਕੀ ਸਾਡੇ ਨਾ ਜਦੋਂ ਉਹ ਫਿਰ ਪੀਟਰ ਇੰਜਨ ਨੂੰ ਪਾਣੀ ਦੇਣਾ ਸੀ ਤੇ ਟੈਂਕੀ ਬਣਾਈ ਵੱਡੀ ਸਾਰੀ ਤੇ ਲੋਕਾਂ ਨੇ ਪੈਰੀਆਂ ਪਾਦੀਆਂ ਤੇ ਅਸੀਂ ਡਰਮੀ 'ਚ ਕਾਹ ਤੇ ਕੋਦੇ ਰਹਿ ਗਏ ਤੇ ਉਹ ਜਿਹੜੀ ਭਰ ਕੇ ਤੇ ਪਾਣੀ ਭਰਿਆ ਤੇ ਉਸ ਦੀ ਗਿੱਲੀ ਤੇ ਉਹ ਫਿਰ ਟੁੱਟ ਗਈ ਦਿਮਾਗ ਸਾਰੀ ਖਿਲਰ ਗਈ ਉਹਦੀ ਬਣੀ ਇੱਟਾਂ ਦੀ ਜਿਹੜੀ ਸੀਗੀ। ਉਹ ਅਸੀਂ ਲੋਕਾਂ ਨੂੰ ਮਾਰਦੇ ਲੇਟ ਹੋ ਗਏ ਤੇ ਆਪਾਂ ਬਹੁਤ ਲੇਟ ਆ। ਪਰ ਜਦੋਂ ਡਰਮੀ ਚਲਾ ਦੀ ਤਿੰਨ ਜਿਹੜੇ ਗੱਡੇ ਨਾ ਲਾਂਘਿਆਂ ਦੇ ਉਹ ਤੂੜੀ ਬਣਾ ਦਿੰਦੇ ਹੱਥ ਨੂੰ ਤੜਕੇ ਤੇ ਲੱਗੇ ਤੇ ਚਲੋ ਹੌਲੀ ਹੌਲੀ ਫਿਰ ਦੂਜੇ ਲੋਕਾਂ ਨੂੰ ਕਹਾਂਗੇ ਜਿਹੜੀ ਰੁਕ ਲਾਇਆ ਉਹ ਤੂੜੀ ਬਣ ਜਾਣੀ। ਫੜੇ ਜਿਹੜਾ ਹੌਲੀ ਕਿੰਨੇ ਦਿਨ ਜਗਾਉਂਦਾ ਸੀਗਾ ਇਸ ਤਰ੍ਹਾਂ ਬਾਅਦ।
ਬਰਾੜ ਸਾਹਿਬ ਫਲਿਆਂ ਤੋਂ ਇੱਥੇ ਦੀ ਜ਼ਿੰਦਗੀ ਜਿਹੜੀ ਹੈ ਇਹਨੂੰ ਹੁਣ ਕਿਵੇਂ ਸੋਚਦੇ ਹੋ ਵੀ ਯਾਰ ਕਿੱਥੇ ਫਲਿਆਂ ਚ ਤੂੰ ਉੱਥੇ ਇੱਥੋਂ ਛੱਡ ਕੇ ਉੱਥੋਂ ਦੀ ਗਿਣੀਏ ਪਹਿਲਾਂ ਫਲਾ ਛੱਡ ਕੇ ਜਦੋਂ ਕੰਪਾਈਨ ਤੇ ਕਰਾ ਕਿੰਨਾ ਕੁਝ ਬਣਦਾ ਹੁਣ ਕੰਪਾਈਨ ਸਾਡੇ ਅਸੀਂ ਪਹਿਲਾਂ ਨਾ ਤੁਸੀਂ ਸੁਣਿਆ ਨੇ ਨਹੀਂ ਸੀਗੀਆਂ ਕਿਹੜਾ ਮਹਿਕਮਾ ਗੌਰਮੈਂਟ ਉਹਨੇ ਕੰਪਾਈਨਾਂ ਸੀ ਲੁਧਿਆਣੇ ਉਹ ਤੁਹਾਡੀ ਪਿੰਡਾਂ ਨੂੰ ਮਾਰਕਫੈਡ ਵਾਲੇ ਅਸੀਂ ਵੀ ਤਿੰਨ ਪੰਜ ਸਾਨੂੰ ਮਿਲ ਗਈ ਤੇ ਸਾਡੇ ਪਿੰਡ ਚ ਪਤਾ ਲੱਗ ਗਿਆ ਵੀ ਇਹ ਜ਼ਿਮੀਂਦਾਰ ਤਾਂ ਕੰਪਾਈਨ ਕਰ ਲਏ ਤੇ ਮਜਬੀ ਕਹਿੰਦੇ ਵੀ ਆਪਣਾ ਕੰਮ ਬੰਦ ਹੋ ਜਾਊਗਾ ਪੂਰੀਆਂ ਮਜਬਣਾ ਕਹਿਣ ਕਾਲੇ ਪੈਰਾਂ ਵਾਲੀ ਨੀਲੇ ਪੈਰਾਂ ਵਾਲੀ ਹੈਗੀ ਆਪਾਂ ਨੂੰ ਕਿੱਥੇ ਕੁਝ ਬਣਵਾਏ ਕਰਨਾ ਤੇ ਇੱਕ ਮਜਬੀ ਜੋ ਜ਼ਿਆਦਾ ਚੱਲਦਾ ਜਾਂਦਾ ਤੇ ਉਹ ਪਸ਼ੂ ਲਈ ਇਹ ਬਾਹਰੋਂ ਤੇ ਮਸ਼ੀਨ ਚੱਲੇ ਨਾਲ ਰਾਹ ਦੇ ਤੇ ਉਹਨੇ ਖੜ ਕੇ ਪਾਈ ਨਾ ਤੋੜੀ ਉਹ ਦਾਣੇ ਪਾਏ ਉਹਦੇ ਵਿੱਚ ਟਰਾਲੀ ਦੇ ਤੇ ਇਹ ਖੜ ਗਿਆ ਵੇਖ ਕੇ ਮੁੜ ਕੇ ਕਹਾ ਮੇਰਾ ਬਾਬਾ ਲੈ ਮੈਨੂੰ ਕਹਿੰਦਾ ਪੁੱਤਰਾ ਐਵੇਂ ਮਜਬੀ ਮਜਦੇ ਆ ਤਾਂ ਨਜ਼ਾਰਾ ਹੀ ਲੈ ਤੂੜੀ ਆਪੇ ਉਹਨੇ ਤਾਂ ਪਰ ਟਰਾਲੀ ਚ ਤਾਂ ਮਾਰ ਸਕੇ ਤੇ ਬਰਾੜ ਸਾਹਿਬ ਪਿੰਡ ਕਿਹੜਾ ਤੁਹਾਡਾ? ਪਿੰਡ ਜੀ ਸਾਡਾ ਬਾਗੇ ਪੁਰਾਣੇ ਕੋਲ ਲੰਗਿਆਣਾ। ਵਾਹ ਜੀ ਵਾਹ, ਵਾਹ ਜੀ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਥੈਂਕ ਯੂ ਜੀ, ਧੰਨਵਾਦ। ਇਲਾਕਾ ਤਾਂ ਮੈਨੂੰ ਪਤਾ ਲੱਗ ਗਿਆ ਸੀ ਬੋਲੀ ਤੋਂ ਜੀ, ਪਿੰਡ ਮੈਂ ਪੁੱਛਣਾ ਸੀ। ਸਵਾਦ ਆ ਗਿਆ ਕਿ ਨਹੀਂ? ਹੁਣ ਮੈਂ ਤੁਹਾਨੂੰ ਅੱਧਿਆਂ ਨੂੰ ਹਲੇ ਵੀ ਨਹੀਂ ਪੱਲੇ ਪਿਆ ਹੋਣਾ ਬਈ ਫਲੇ ਕੀ ਸੀ, ਫਿਰ ਜਾਣ ਵੇਲੇ ਮੈਂ ਸਮਝਾ ਦੂੰ ਫੇਰ ਇੱਕ ਵਾਰ। ਸਰਦਾਰ ਇੰਦਰ ਸਿੰਘ ਲਾਈਨ ਨੰਬਰ 4। ਓਕੇ ਧੰਨਵਾਦ। ਹੁਣ ਸੁਣ ਲਿਓ ਸਿਸਟਮ ਚ ਤੁਹਾਨੂੰ ਟ੍ਰਿਗਨੋਮੈਟਰੀ। ਫਲੇ ਕੀ ਸੀ? ਕੁਛ ਨਹੀਂ ਸੀ ਫਲੇ, ਮਤਲਬ ਫਲੇ ਦੋ ਬਾਂਸਾਂ ਦੇ ਗੱਪੇ ਝਿੰਗਾ ਝੁੰਗਾ ਬੰਨ ਕੇ ਇੱਕ ਵਜ਼ਨ ਸੀ ਵੀ ਕੋਈ ਚੀਜ਼ ਬਲਦਾਂ ਦੇ ਪਿੱਛੇ ਪਾ ਕੇ ਕਣਕ ਜਿਹੜੀ ਸਿੱਟੀ ਪਈ ਆ ਉਹਦੇ ਉੱਪਰ ਦੀ ਘਮਾਉਣੀ ਸੀ। ਮਤਲਬ ਸੁਹਾਗਿਆਂ ਵਾਂਗੂ ਸੁਹਾਗਿਆਂ ਦੀ ਜਗ੍ਹਾ ਉਹ ਚੀਜ਼ ਲਾ ਲਓ ਬਸ। ਉਹ ਬਲਦ ਵੀ ਤੁਰੀ ਜਾਣੇ, ਬੰਦੇ ਵੀ ਤੁਰੀ ਜਾਣੇ, ਉਹ ਫਲੇ ਵੀ ਹੱਕੀ ਜਾਣੇ ਤੇ ਉਹ ਮਤਲਬ ਕਣਕ ਦੇ ਉੱਪਰ ਦੀ ਲੰਘੀ ਜਾਣੇ। ਕਣਕ ਨੇ ਭੁਰ ਭੁਰ ਕੇ ਬੱਲੀਆਂ ਤੋਂ ਕਣਕ ਥੱਲੇ ਡਿੱਗੀ ਜਾਣੇ, ਫਿਰ ਥਲੜੀ ਉੱਪਰ ਕਰ ਦੇਣੀ, ਉਹਦੇ ਤਲੀਆਂ ਜਦੋਂ ਬਿਲਕੁਲ ਤੂੜੀ ਬਣ ਜਾਣੀ। ਕਿੰਨਾ ਕੰਮ ਸੀ। ਫਿਰ ਉਹ ਇਕੱਠੀ ਹੋਣੀ, ਉਹਨੂੰ ਧੜ ਕਹਿੰਦੇ, ਇਕੱਠੀ ਕਰ ਦੇਣੀ ਉਹ ਢੇਰੀ। ਤੇ ਜਿੱਦਣ ਹਵਾ ਹੋਣੀ, ਪਹਿਲਾਂ ਤਾਂ ਮਤਲਬ ਤੰਗਲੀ ਦੇ ਨਾਲ ਜਿਹੜੀ ਇੱਕ ਛੋਟੀ ਬਾਂਸ ਸੀ ਜਿਹਦੇ ਮਤਲਬ ਲੋਹੇ ਦੀਆਂ 3 ਜਿਹੜੀਆਂ ਜਾਂ 4 ਲੋਹੇ ਦੀਆਂ ਰੋਡਸ ਲੱਗੀਆਂ ਹੋਈਆਂ ਸੀ, ਮੈਂ ਕਿਵੇਂ ਸਮਝਾਵਾਂ, ਉਹ ਚੱਕ ਚੱਕ ਕੇ ਉੱਪਰ ਨੂੰ ਮਾਰਨੀ, ਉੱਪਰ ਨੂੰ ਮਾਰਨੀ, ਤੂੜੀ ਪਰਾਂ ਡਿੱਗਣੀ, ਕਣਕ ਪੈਰਾਂ 'ਚ ਗਿਰਨੀ। ਉਹਦੇ ਬਾਅਦ ਕਣਕ ਨੂੰ ਛੱਜ ਤੇ ਛੱਜਲੀਆਂ, ਛੱਜ ਛੋਟੇ ਛੱਜਲੀਆਂ ਬੜੀਆਂ, ਉਹਦੇ ਨਾਲ ਹਵਾ ਨਾਲ ਫੇਰ ਅੜਾਉਣਾ। ਮਤਲਬ 2 ਮਹੀਨੇ ਦਾ ਪ੍ਰੋਸੈਸ ਸੀ ਕਣਕ ਨੂੰ ਘਰੇ ਲਿਆਉਣਾ। ਜਦ ਡਰਮੀ ਆਈ, ਡਰਮ ਤੋਂ ਡਰਮੀ ਬਣੀ ਉਹਦਾ ਨਾਂ, ਤੇ ਉਹ ਡਰਮੀ ਦੇ ਵਿੱਚ ਗੰਡਾਸੇ ਨਹੀਂ ਸੀ, ਜਦ ਰੌੜਾਂ ਹੀ ਸੀ ਲੋਹੇ ਦੀਆਂ ਬਹੁਤ ਸੋਲਿਡ। ਉਹ ਪੀਟਰ ਇੰਜਨ ਤੇ ਲਾਤੀਆਂ, ਉਹਨੇ ਕਣਕ ਜਿਹੜੀ ਵੱਢਣੀ, ਵੱਢ ਕੇ ਉਹਨੇ ਕਣਕ ਥੱਲੇ ਸਿੱਟੀ ਜਾਣੀ। ਫਿਰ ਉਹ ਕਣਕ ਉਸ ਤਰ੍ਹਾਂ ਹੀ ਉਡਾਉਣੀ, ਮਤਲਬ ਧੜ ਵਾਲੀ ਜਗ੍ਹਾ ਜਿਹੜੀ ਆ ਸਿੱਧੀ ਧੜ ਤੇ ਚਲੇ ਗਏ, ਫਲੇ ਹਟ ਗਏ। ਡਰਮੀ ਤੋਂ ਬਾਅਦ ਥ੍ਰੈਸ਼ਰ ਆ ਗਏ, ਪੱਖੇ ਲਾਤੇ। ਇਹ ਪਿੰਡਾਂ ਵਾਲੇ ਰਾਮਗੜੀਆਂ ਦੀ, ਉੱਥੇ ਲੋਟਿਆਂ ਦੀਆਂ ਤੇ ਅਲੱਗ-ਅਲੱਗ ਜਿਹੜੇ ਗੋਤਾਂ ਦੀਆਂ, ਇਹ ਉਹਨਾਂ ਦੇ ਕੰਮ ਨੇ। ਰਾਮਗੜੀਏ ਸਿੱਖਾਂ ਦੀਆਂ ਇਹ ਇਨਵੈਂਸ਼ਨਸ ਨੇ। ਸ਼ੇਰ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ। ਤੇ ਇਹਨਾਂ ਦੇ ਕੰਮ ਨੇ ਤੇ ਉਹ ਫਿਰ ਜਦ ਉਹਨਾਂ ਨੇ ਡਰਮੀਆਂ ਦੇ ਫਿਰ ਥ੍ਰੈਸ਼ਰ ਆ ਗਏ, ਕਣਕ ਪਰਾਂ ਹਵਾ ਦੇ ਨਾਲ ਕਣਕ ਜਾਣ ਲੱਗ ਜਾਣੀ ਤੂੜੀ ਪਰਾਂ। ਥ੍ਰੈਸ਼ਰ ਤੋਂ ਬਾਅਦ ਹੜੰਬੇ ਆ ਗਏ ਜਿਹ 'ਚ ਬਣੀ ਬਣਾਈ ਭਰੀ ਜਾਂਦੀ। ਹੜੰਬਿਆਂ ਤੋਂ ਬਾਅਦ ਟਰੈਕਟਰ ਵਾਲੀਆਂ ਕਰਪੈਨਾਂ ਆ ਗਈਆਂ, ਕਰਪੈਨਾਂ ਜਿਹੜੀਆਂ ਸੀ। ਫਿਰ ਵੱਡੀਆਂ ਕੰਬਾਈਨਾਂ ਆ ਗਈਆਂ। ਮਾਰਕਫੈਡ ਦੇ ਟਰੈਕਟਰ ਵੀ ਬਾਉਣ ਆਉਂਦੇ, ਮਾਰਕਫੈਡ ਦੀਆਂ ਕੰਬਾਈਨਾਂ ਵੀ ਮਿਲਦੀਆਂ। ਬਹੁਤ ਵੱਡਾ ਡਿਪਾਰਟਮੈਂਟ ਸੀ। ਹਰੀਆਂ ਕੰਬਾਈਨਾਂ ਹੁੰਦੀਆਂ, ਬਹੁਤ ਸੋਹਣਾ ਘਿਓ ਬਣਾਉਂਦੇ। ਮਾਰਕਫੈਡ ਤਾਂ ਬਹੁਤ ਵੱਡਾ ਇੱਕ ਪ੍ਰੋਡਕਟ ਸੀ, ਬਹੁਤ ਵੱਡੀ ਡਿਪਾਰਟਮੈਂਟ ਸੀ ਪੰਜਾਬ ਦੀ। ਖਤਮ ਕਰ ਗਏ, ਖਾ ਗਏ ਸਾਰਾ ਕੁਛ। ਟਰੈਕਟਰ ਵੇਚਤੇ ਬਹੁਤ, ਬਾਹਰਲੇ ਰਸ਼ੀਅਨ ਬਾਈਲਾ ਟਰੈਕਟਰ, ਪਤਾ ਹੀ ਨਹੀਂ ਕੀ ਸੀ ਉਹ। ਉਹਨਾਂ ਨੂੰ ਬਾਉਣ ਲਈ ਬੰਦਿਆਂ ਦੀ ਡਿਊਟੀਆਂ ਹੁੰਦੀਆਂ, ਸਸਤਾ ਬਾਹ ਕੇ ਜਾਂਦੇ ਹੋ। ਦੇ ਜ਼ਮੀਨਾਂ ਮਾਰਕਫੈਡ ਦੀਆਂ ਵੇਚਦੀਆਂ। ਤਾਂ ਡਾਕੂ ਬੈਠੇ ਆ ਉੱਥੇ 2 ਸੈਕਟਰ ਤੋਂ 10 ਸੈਕਟਰ ਤੱਕ, ਜਿਹੜੇ ਡਾਕੂ ਨੇ, ਖਾ ਗਏ ਸਭ ਕੁਛ। ਡੀਸੀ ਧਾਲੀਵਾਲ ਉਹ ਨਹੀਂ ਕਹਿੰਦੇ ਗਿਲ ਸਾਹਿਬ ਲੋਕਾਂ ਨੂੰ ਸਮਝਾਓ ਜਿਹੜੀ ਫੋਲਕ ਆ ਇੱਥੇ ਦਾ, ਨਾਈਫ ਤੇ ਫੋਲਕ ਨਹੀਂ ਹੁੰਦਾ, ਫੋਲਕ ਨੂੰ ਬੜਾ ਕਰ ਦਈਏ ਤਾਂ ਤੰਗਲੀ ਆ। ਰੂਪ ਸਿੰਘ ਜੀ ਲਾਈਨ ਨੰਬਰ 2।
ਗਿੱਲ ਸਾਹਿਬ ਗੱਲ ਟਾਈਮ ਵੀ ਥੋੜਾ ਰਹਿ ਗਿਆ, ਗੱਲ ਲੰਬੀ ਹੋ ਜੂ। ਮੈਂ ਤੁਹਾਨੂੰ ਫਲੇ ਬਾਰੇ ਹੋਰ ਥੋੜੀ ਜਿਹੀ ਜਾਣਕਾਰੀ ਵੱਧ ਦਿੰਦਾ। ਉਹ ਫੜਾ ਇੱਕ ਦੋ ਵਲਦਾ ਹੁੰਦਾ, ਇੱਕ ਚਵਲਦਾ ਥੋੜਾ ਜਿਹਾ ਵੱਡਾ ਹੁੰਦਾ ਜੀ, ਜਿਹਦੇ ਉੱਤੇ ਉੱਠ ਜੋੜਿਆ ਹੁੰਦਾ ਜੀ। ਉਹ ਤਾਂ ਤੁਸੀਂ ਦੱਸ ਦਿੱਤਾ ਵੀ ਬਾਦਸ਼ਾਹੀਆਂ ਦੇ ਵਿੱਚ ਉਹਦੇ ਵਿੱਚ ਨਾ ਰੋੜੀਆਂ ਹੁੰਦੀਆਂ ਬੇਰੀ ਦੀਆਂ ਕੰਡਿਆਂ ਵਾਲੀਆਂ, ਉਹ ਲਾ ਕੇ ਉੱਤੇ ਛਿਟੀਆਂ ਪਾ ਕੇ ਰੱਸਿਆਂ ਦਾ ਬੰਨਣਾ। ਫੇਰ ਚੱਲੇ ਆਰੀ ਵਾਲੇ ਫੜੇ, ਉਹ ਦੰਦਿਆਂ ਜਿਹੜੀ ਆਰੀ ਆ ਆਪਣੀਆਂ ਲੱਕੜਾਂ ਚੀਰ ਵਾਲੇ ਆਰੇ, ਉਹ ਆਰੀਆਂ ਲਾ ਦੇਣੀਆਂ ਆਪਣੇ ਉਹ ਥੋੜੇ ਜਿਹੇ ਹੋਰ ਮਤਲਬ ਵੱਢਣ ਨੂੰ ਸੌਖੇ ਹੁੰਦੇ ਸੀ। ਇਸ ਤਰ੍ਹਾਂ ਫੜੇ ਬਣਾਏ ਹੁੰਦੇ ਆ ਜੀ। ਧੰਨਵਾਦ। ਧੰਨਵਾਦ। ਹੁਣ ਮੇਰੇ ਕੋਲ ਸਮਾਂ ਹੈ ਨਹੀਂ। ਜਸਵੀਰ ਸਿੰਘ ਬਨਵੈਦ ਜੀ ਮੇਰੇ ਸੈੱਲ ਫੋਨ ਤੇ ਫੋਨ ਕਰੀ ਗਿਆ, ਮੈਂ ਮਿੰਟ ਦੇ ਦਿੰਦਾ ਤੁਹਾਨੂੰ। ਸਤਵੀਰ ਸਿੰਘ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਉਹ ਬੜੀ ਯਾਦ ਗੱਲ ਆਉਂਦੀ ਹੈ ਜੀ, ਜਦੋਂ ਬਰਸਨ ਦਾ ਟੋਕਾ ਕਰਦੇ ਹੁੰਦੇ ਸੀ, ਪਟਾ ਟੁੱਟ ਜਾਂਦਾ ਸੀਗਾ, ਸੁੰਮਾ ਹੁੰਦਾ ਨਹੀਂ ਸੀਗਾ ਜੀ, ਫਿਰ ਪੁੱਠਾ ਕਰਕੇ ਨਟ ਦੱਬ ਕੇ ਮਾਰਨੀ ਜੀ, ਬੜਾ ਨਜ਼ਾਰਾ ਆਉਂਦਾ ਸੀ। ਸਤਿ ਸ਼੍ਰੀ ਅਕਾਲ ਬਾਈ ਜੀ। ਧੰਨਵਾਦ ਜੀ। ਜਸਵੀਰ ਸਿੰਘ ਜੀ ਬਨਵੈਦ ਸਾਹਿਬ ਲਾਈਨ ਨੰਬਰ 4। ਉਹ ਨਾ ਮੈਂ ਚਰਸ ਲੱਗਦਾ, ਚਰਸ ਜਿਹੜੇ ਲਾਉਂਦੇ ਸੀ। ਹਾਂ ਚਰਸ ਦੀ ਗੱਲ ਠੀਕ ਹੈ। ਸਾਡਾ ਬਾਪੂ ਸਾਡੇ ਬਾਬੇ ਨੇ ਕਹਿਣਾ, ਹੁਕਮਿਆ ਪੈਰ ਜੋੜੀ। ਜਦੋਂ ਜੋੜਦੇ ਸੀ ਫਿਰ ਡੱਖਾ ਲੰਘਾਉਣਾ, ਡੱਖਾ ਲੰਘਦਾ ਨਹੀਂ ਸੀ। ਤੇ ਮੈਂ ਬਾਪੂ ਨੂੰ ਦੇਖਿਆ ਚਰਸ ਲਾਉਂਦੇ ਨੂੰ, ਏਕੜ ਭਰ ਦਿੰਦਾ ਸੀ, ਏਕੜ ਚਰਸ ਲਾਉਂਦੇ ਨੇ। ਫਿਰ ਫਲੇ ਮੈਂ ਆਪ ਹੱਕੇ ਆਪ। ਵਾਹ। ਪਿੱਛੇ ਫਲਾ ਚੱਲਦਾ ਸੀ ਤੇ ਪਿੱਛੇ ਇੱਕ ਹੋਰ 2 ਬੋਲਦ ਜੋੜ ਦੇਣੇ। ਉਹ ਫਲਾ ਆਪਣੇ ਝਾੜੀਆਂ ਦਾ ਇੱਕ ਵੱਢ ਕੇ ਨਾ, ਉਹ ਜਦੋਂ ਚਲਾਉਂਦੇ ਸੀਗੇ ਉਹ ਫਸ ਕੇ ਉਹ ਬਣ ਜਾਂਦਾ ਸੀ। ਮੈਂ ਆਖਣੇ ਜਦੋਂ ਬੋਲਦ ਨੇ ਗੋਹਾ ਕਹਿਣਾ ਭੱਜ ਕੇ ਚੱਕ ਲਓ ਉਹਨੂੰ, ਹਨਾ। ਚੱਕ ਕੇ ਇੱਕ ਵਾਰੀ ਮੈਂ ਡਿੱਗ ਪਏ। ਪਿੱਛੇ ਜਿਹੜਾ ਆਉਂਦਾ ਸੀ ਉਹ ਮੇਰੇ ਉੱਤੇ ਦੀ ਲੰਘਿਆ, ਮੈਂ ਪੈਰਾਂ ਦਾ ਚੱਕ ਕੇ ਨਾ ਉੱਤੇ ਦੀ ਨਗਾਤਾ। ਉਹ ਸਾਡਾ ਬਾਪੂ ਕਹਿੰਦਾ ਤੂੰ ਮੇਰਾ ਪੋਤਾ ਹਨਾ। ਮੈਂ ਉਹ ਫੇਰ ਆਪਾਂ ਆਪਣੇ ਲਾਉਣੀਆਂ ਉਹ ਜਿਹੜੇ ਤੰਗਲੀਆਂ ਨਾਲ ਉਡਾਉਣੀ, ਧੜਾ ਉਡਾਉਣੀ। ਹਾਂ ਧੰਨਵਾਦ ਬਨਵੈਦ ਸਾਹਿਬ। ਸਮਾਂ ਮੇਰੇ ਕੋਲ ਥੋੜਾ। ਚਰਸ ਦੀ ਗੱਲ ਬਹੁਤ ਯਾਦ ਕਰਾਈ। ਦੇਖ ਲਓ ਜ਼ਿੰਦਗੀ ਦੇ ਰੰਗ, ਜਿਵੇਂ ਪਹਿਲਾਂ ਬਰਾੜ ਸਾਹਿਬ ਲੰਗੇ ਆਣੇ ਵਾਲੇ ਕਹਿੰਦੇ ਸੀ, ਕਿੱਥੇ ਤੁਸੀਂ ਫਲੇ ਹੱਕਦੇ ਆ। ਮਤਲਬ ਹੁਣ ਫਲੇ ਤੇ ਫਲਿਆਂ ਹੱਕਦੇ ਆ। ਡੰਗਰ ਨੇ ਗੋਹਾ ਕਰਨਾ ਹੈ ਤਾਂ ਇਹਦਾ ਮਤਲਬ ਉਹ ਥੱਲੇ ਕਣਕ ਹੈ, ਭੱਜ ਕੇ ਜਾਣਾ ਬਈ ਉਹ ਥੱਲੇ ਨਾ ਗੋਹਾ ਹੋ ਜਾਵੇ ਕਿਤੇ। ਮਿਹਨਤਾਂ ਜ਼ਿੰਦਗੀ ਦੀਆਂ, ਸਵਾਦ ਵੀ ਉਹਦਾ ਆਉਂਦਾ। ਅਖੀਰ 'ਚ ਤੁਹਾਨੂੰ ਇੱਕ ਗੀਤ ਸੁਣਾ ਕੇ ਜਾਣਾ, ਪੁਰਾਣਾ ਸਮਾਂ ਤੁਹਾਨੂੰ ਯਾਦ ਆਊ। ਗਗਨਦੀਪ ਔਰ ਚੀਮਾ, ਜਿਹੜਾ ਗਗਨਦੀਪ ਵਰਗੇ ਗੀਤ ਕਿਸੇ ਨੇ ਨਹੀਂ ਗਾਏ, ਥੋੜੇ ਗਾਉਂਦੇ ਆ ਤੇ ਗਾਉਂਦੇ ਬਹੁਤ ਵਧੀਆ। ਅਖੀਰ 'ਚ ਕੂੰਡਾ ਤੇ ਖੂੰਡਾ, ਰੱਬ ਰਾਖਾ ਤੇ ਸੋਮਵਾਰ ਨੂੰ ਮੁੜਦਾ ਫੇਰ 12:30 ਵਜੇ ਐਨ ਘੜੀ ਤੇ ਘੜੀ।